ਨਮਸਕਾਰ, ਮੈਂ ਹਾਂ ਬਲਬੀਰ ਜੰਡੂ ਤੇ ਤੁਹਾਡਾ ਸਭ ਦਾ ਸੱਜਣ ਮੀਡੀਆ ਚੈਨਲ ਉੱਤੇ ਸਵਾਗਤ ਹੈ। ਅਸੀਂ ਅੱਜ ਗੱਲ ਕਰਾਂਗੇ ਜਿਹੜੇ ਪੰਜਾਬ ਦੇ ਵਿੱਚ ਖਾਸ ਕਰਕੇ BBMB ਜਿਹਨੂੰ ਕਿਹਾ ਜਾਂਦਾ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਵਿੱਚ ਜੋ ਕੁਝ ਕੇਂਦਰ ਸਰਕਾਰ ਵੱਲੋਂ ਤਬਦੀਲੀਆਂ ਕੀਤੀਆਂ ਜਾ ਰਹੀਆਂ ਕਿ ਕਿਸ ਤਰ੍ਹਾਂ ਉਸ ਦੇ ਵਿੱਚ ਪਹਿਲਾਂ ਜਿਹੜੀ ਪੰਜਾਬ ਦੀ ਔਰ ਹਰਿਆਣੇ ਦੀ ਨੁਮਾਇੰਦਗੀ ਹੁੰਦੀ ਸੀ, ਪੰਜਾਬ ਦੇ ਵੱਲੋਂ ਪਾਵਰ ਮੈਂਬਰ ਹੁੰਦਾ ਸੀ, ਹਰਿਆਣੇ ਵੱਲੋਂ ਇਰੀਗੇਸ਼ਨ ਮੈਂਬਰ ਹੁੰਦਾ ਸੀ। ਤਾਂ ਉਹ ਦੋਨਾਂ ਦੀ ਜਿਹੜੀ ਹੈ ਉਹਨਾਂ ਨੂੰ ਖਤਮ ਕਰਕੇ ਇੱਕ ਨਵਾਂ ਨੋਟੀਫਿਕੇਸ਼ਨ ਕੀਤਾ ਗਿਆ, ਜਿਹਦੇ ਅਨੁਸਾਰ ਉਹ ਜਿਹੜੀ ਸਾਡੀ ਮੈਂਬਰੀ ਸੀ ਪੰਜਾਬ ਦੀ ਜਾਂ ਹਰਿਆਣੇ ਦੀ, ਉਹਨੂੰ ਖਤਮ ਕਰ ਦਿੱਤਾ ਗਿਆ। ਚੇਅਰਮੈਨ ਤਾਂ ਪਹਿਲਾਂ ਵੀ ਉਸ ਦਾ ਬਾਹਰੋਂ ਹੀ ਲਾਇਆ ਜਾਂਦਾ ਸੀ। ਤਾਂ ਉਸ ਦੇ ਵਿੱਚ ਹੀ ਅਗਲਾ ਕਦਮ ਹੁਣ ਜਿਹੜਾ ਚੁੱਕਿਆ ਹੈ ਕੇਂਦਰ ਸਰਕਾਰ ਨੇ, ਉਹ ਉੱਥੋਂ ਦੀ ਜਿਹੜੀ ਸੁਰੱਖਿਆ ਸੀਗੀ ਭਾਖੜਾ ਡੈਮ ਦੀ, ਔਰ ਖਾਸ ਕਰਕੇ ਜਿਹੜੇ 3 ਪ੍ਰਮੁੱਖ ਡੈਮ ਪੰਜਾਬ ਦੇ, ਉਹਨਾਂ ਦੀ ਉਹ ਕੇਂਦਰੀ ਸੰਤਰੀ ਸੁਰੱਖਿਆ ਫੋਰਸ ਨੂੰ ਦੇ ਦਿੱਤੀ ਗਈ ਹੈ। ਉਹਨਾਂ ਦੇ 824 ਜਵਾਨ ਜਿਨ੍ਹਾਂ ਨੂੰ ਤੈਨਾਤ ਕੀਤਾ ਜਾਣਾ, ਉਹਨਾਂ ਦੀ ਅਪਾਇੰਟਮੈਂਟ ਵੀ ਉਸ ਦੀ ਕਰ ਦਿੱਤੀ ਗਈ ਹੈ। ਤੇ ਉੱਥੋਂ ਪੰਜਾਬ ਪੁਲਿਸ ਤੇ ਹਿਮਾਚਲ ਪੁਲਿਸ ਜਿਹੜੀ ਕਿ ਪਹਿਲਾਂ ਇਹਨਾਂ ਡੈਮਾਂ ਦੀ ਰਾਖੀ ਕਰਦੀ ਸੀ, ਉਹਨਾਂ ਨੂੰ ਉੱਥੋਂ ਹਟਾ ਦਿੱਤਾ ਗਿਆ। ਸੋ ਇੱਕ ਤਾਂ ਇਹ ਹੈ। ਦੂਸਰਾ ਇਹ ਹੈ ਕਿ ਪਾਣੀਆਂ ਦਾ ਜਿਹੜਾ ਮਾਮਲਾ ਹੈ, ਇਹ ਸ਼ੁਰੂ ਤੋਂ ਹੀ ਖਾਸ ਕਰਕੇ ਪੰਜਾਬ ਦੇ ਵਿੱਚ ਵਾਦ ਵਿਵਾਦ 'ਚ ਰਿਹਾ। ਤੇ ਜਦੋਂ ਭਾਰਤ ਆਜ਼ਾਦ ਹੋਇਆ, ਦੇਸ਼ ਦੀ ਵੰਡ ਹੋਈ ਹੈ, ਉਸ ਸਮੇਂ 1947 ਤੋਂ ਬਾਅਦ 1948 ਦੇ ਵਿੱਚ ਇੱਕ ਇੰਡਸ ਡੋਮੇਨੀਅਨ ਅਕੋਰਡ ਮਈ 1948 ਹੋਇਆ ਸੀ, ਔਰ ਉਸ ਤੋਂ ਬਾਅਦ ਫਿਰ ਦੁਬਾਰਾ 19 ਸਤੰਬਰ 1960 ਨੂੰ ਇੰਡਸ ਵਾਟਰ ਟ੍ਰੀਟੀ ਜਿਹੜੀ ਹੋਂਦ 'ਚ ਆਈ। ਉਸ ਸਮੇਂ ਉਸ ਟ੍ਰੀਟੀ ਦੇ ਲਈ ਜਿਨ੍ਹਾਂ ਦਸਤਖਤ ਕੀਤੇ, ਉਹਦੇ 'ਚ ਪਾਕਿਸਤਾਨ ਦੇ ਰਾਸ਼ਟਰਪਤੀ ਉਸ ਸਮੇਂ ਦੇ ਅਯੂਬ ਖਾਨ ਤੇ ਭਾਰਤ ਵੱਲੋਂ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਤੇ ਵਰਲਡ ਬੈਂਕ ਦੇ ਜਿਹੜੇ ਅਧਿਕਾਰੀ, ਉਹ ਸਨ ਉਸ ਵਿੱਚ ਸ਼ਾਮਲ। ਤਾਂ ਉਸ ਦੇ ਅਨੁਸਾਰ ਜਿਹੜੀ ਹੈ ਉਹ ਪਾਣੀਆਂ ਦੀ ਵੰਡ ਅੱਗੇ ਚੱਲਦੀ ਗਈ। ਪਰ ਜਿਹੜੀ ਪਹਿਲਾਂ ਟ੍ਰੀਟੀ ਸੀਗੀ 1948 ਵਾਲੀ, ਉਹਦੇ ਵਿੱਚ ਇਹ ਗੱਲ ਲਿਖੀ ਹੋਈ ਸੀ ਕਿ ਜਿੰਨਾ ਵੀ ਪਾਣੀ ਭਾਰਤ ਵੱਲੋਂ ਪਾਕਿਸਤਾਨ ਨੂੰ ਜਾਏਗਾ, ਉਸ ਦੇ ਲਈ ਪਾਕਿਸਤਾਨ ਸਾਲਾਨਾ ਬਕਾਇਦਾ ਅਦਾਇਗੀ ਕਰੇਗਾ, ਉਹਦੇ ਪੈਸੇ ਦੇਗਾ। ਤੋ ਇਸ ਕਰਕੇ ਉਸ ਪਿਛੋਕੜ 'ਚ ਅਸੀਂ ਦੇਖੀਏ ਤਾਂ ਸਾਰਾ ਜਿਹੜਾ ਹੁਣ ਦਾ ਪਾਣੀਆਂ ਦਾ ਝਗੜਾ ਹੈ, ਪਹਿਲਾਂ ਵੀ ਕੈਪਟਨ ਅਮਰਿੰਦਰ ਸਿੰਘ ਦੀ ਜਿਹੜੀ 2002 'ਚ ਸਰਕਾਰ ਬਣੀ ਸੀ, ਉਸ ਨੇ ਪਾਣੀਆਂ ਦੇ ਸਮਝੌਤੇ ਨੂੰ ਰੱਦ ਕੀਤਾ ਸੀ। ਪਰ ਇਸ ਵੇਲੇ ਇਹ ਮਾਮਲਾ ਸਾਰਾ ਸੁਪਰੀਮ ਕੋਰਟ ਦੇ ਵਿੱਚ ਹੈ। ਤੇ ਇਹ ਪਾਣੀਆਂ ਦੇ ਮਾਮਲੇ ਦੇ ਉੱਤੇ ਇਹ ਜਿਹੜਾ ਵਾਦ ਵਿਵਾਦ ਚੱਲ ਰਿਹਾ, ਇਸ ਨੂੰ ਸਮਝਣ ਦਾ ਅਸੀਂ ਯਤਨ ਕਰਾਂਗੇ ਕਿ ਜਿਹੜੀ ਮੌਜੂਦਾ ਕੇਂਦਰ ਸਰਕਾਰ ਵੱਲੋਂ ਫੈਸਲੇ ਲਏ ਗਏ ਹੈ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਸਬੰਧ ਦੇ ਵਿੱਚ ਤੇ ਉਸ ਦੀ ਸੁਰੱਖਿਆ ਦੇ ਸਬੰਧ ਵਿੱਚ, ਇਸ ਦੇ ਕੀ ਅਰਥ ਨੇ, ਇਸ ਸਬੰਧ ਵਿੱਚ ਗੱਲਬਾਤ ਕਰਨ ਲਈ ਅੱਜ ਸਾਡੇ ਨਾਲ ਸੀਨੀਅਰ ਪੱਤਰਕਾਰ ਜਸਪਾਲ ਸਿੰਘ ਛੇਤਰਾ ਹੋਣੀ ਜੁੜੇ ਨੇ। ਤੇ ਉਹਨਾਂ ਦਾ ਬੜਾ ਲੰਬਾ ਤਜਰਬਾ ਹੈ, ਉਹਨਾਂ ਦੇ ਇਸ ਬਾਰੇ ਅਧਿਐਨ ਵੀ ਹੈ। ਖਾਸ ਕਰਕੇ ਪੰਜਾਬ ਦੇ ਪਾਣੀਆਂ ਦੇ ਉੱਤੇ ਉਹਨਾਂ ਦਾ ਇੱਕ ਆਪਣਾ ਦ੍ਰਿਸ਼ਟੀਕੋਣ, ਤੇ ਉਹਨਾਂ ਤੋਂ ਅਸੀਂ ਇਹ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਇਹ ਜਿਹੜੇ ਕੇਂਦਰ ਵੱਲੋਂ ਨਵੇਂ ਕਦਮ ਚੁੱਕੇ ਗਏ ਆ, ਇਹਨਾਂ ਦਾ ਕੀ ਅਰਥ ਹੈ ਤੇ ਇਹ ਕਿਸ ਦਿਸ਼ਾ ਵਿੱਚ ਅੱਗੇ ਸਾਰੀ ਸਥਿਤੀ ਨੂੰ ਲੈ ਕੇ ਜਾ ਰਿਹਾ। ਕਿਉਂਕਿ ਪੰਜਾਬ ਨਾਲ ਧੱਕਿਆਂ ਦੀ ਤਾਂ ਗੱਲ ਅੱਗੇ ਅਸੀਂ ਬੜੀ ਲੰਬੀ ਸੂਚੀ ਹੈਗੀ ਹੈ ਜਿਹਦੇ ਬਾਰੇ ਕਰਦੇ ਹਾਂ, ਪਰ ਅੱਜ ਸਾਡਾ ਮੁੱਖ ਧਿਆਨ ਜਿਹੜਾ ਇਸ ਪਾਣੀ ਦੇ ਮਾਮਲੇ ਤੇ ਖਾਸ ਕਰਕੇ ਭਾਖੜਾ ਬਿਆਸ ਮੈਨੇਜਮੈਂਟ ਨਾਲ ਸੰਬੰਧਿਤ ਜਿਹੜਾ ਬੋਰਡ ਸੀਗਾ, ਉਸ ਸੰਬੰਧੀ ਜਿਹੜੇ ਫੈਸਲੇ ਲਏ ਗਏ, ਉਸ ਦੇ ਉੱਤੇ ਕੇਂਦਰਿਤ ਰਹੇਗਾ, ਔਰ ਨਾਲ ਦੀ ਨਾਲ ਉਹਦੀ ਸੁਰੱਖਿਆ ਦੇ ਮਾਮਲੇ ਨੂੰ ਜਿਸ ਤਰ੍ਹਾਂ ਕੇਂਦਰ ਨੇ ਆਪਣੇ ਹੱਥ ਲਿਆ। ਇਹ ਜਸਪਾਲ ਜੀ ਨੂੰ ਮੈਂ ਪਹਿਲਾਂ ਸਭ ਤੋਂ ਜੀ ਆਇਆਂ ਕਹਿੰਦਾ। ਜਸਪਾਲ ਜੀ, ਸਵਾਗਤ ਹੈ ਤੁਹਾਡਾ। ਮੇਰੇ ਵੱਲੋਂ ਵੀ ਸਾਰੇ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ, ਨਮਸਕਾਰ ਤੇ ਆਦਾਬ। ਤੇ ਜਸਪਾਲ ਜੀ, ਤੁਸੀਂ ਇਹ ਸਾਰੇ ਜਿਹੜੀ ਸਥਿਤੀ ਬਣੀ ਹੈ ਪੰਜਾਬ ਦੇ ਅੰਦਰ, ਕਿਉਂਕਿ ਪੰਜਾਬ ਦੇ ਅੰਦਰ ਪਾਣੀਆਂ ਦਾ ਵਾਦ ਵਿਵਾਦ ਤਾਂ ਪਹਿਲਾਂ ਹੀ ਚੱਲ ਰਿਹਾ ਸੀਗਾ, ਚਾਹੇ ਉਹ SYL ਨਹਿਰ ਦੇ ਰੂਪ 'ਚ, ਚਾਹੇ ਕੈਪਟਨ ਅਮਰਿੰਦਰ ਸਿੰਘ ਦੀ ਜਿਹੜੀ 2002 ਤੋਂ 2007 ਤੱਕ ਸਰਕਾਰ ਰਹੀ, ਉਸ ਸਮੇਂ ਪਾਣੀਆਂ ਦੇ ਸਮਝੌਤੇ ਰੱਦ ਕੀਤੇ ਗਏ ਤੇ ਬਾਰ-ਬਾਰ ਪਾਣੀਆਂ ਦੇ ਮਾਮਲੇ ਦੇ ਉੱਤੇ ਜਿਹੜੇ ਹੈ ਵਾਦ ਵਿਵਾਦ ਉੱਠਦੇ ਵੀ ਰਹੇ। ਇਸ ਵੇਲੇ ਹੁਣ ਇਹ ਸਾਰਾ ਕੁਝ ਸੁਪਰੀਮ ਕੋਰਟ ਦੇ ਕੋਲ ਹੈ, ਔਰ ਸੁਪਰੀਮ ਕੋਰਟ ਨੇ ਬਕਾਇਦਾ ਇੱਕ ਵਾਰੀ ਵਿੱਚ ਕਿਹਾ ਸੀਗਾ ਕਿ ਦੋਨੋਂ ਰਾਜ ਜਿਹੜੇ ਆਪਸ 'ਚ ਬੈਠ ਕੇ ਇਸ ਬਾਰੇ ਫੈਸਲਾ ਕਰਨ ਕੇਂਦਰ ਦੀ ਕੋਆਰਡੀਨੇਸ਼ਨ ਦੇ ਨਾਲ।
ਪਰ ਉਹ ਗੱਲ ਵੀ ਅੱਗੇ ਨਹੀਂ ਕੋਈ ਕਿਸੇ ਸਿਰੇ ਲੱਗੀ। ਤਾਂ ਇਸ ਵੇਲੇ ਇਹ ਸਾਰਾ ਮਾਮਲਾ ਸੁਪਰੀਮ ਕੋਰਟ 'ਚ ਹੈ। ਮਾਮਲਾ ਅਦਾਲਤ 'ਚ ਹੋਣ ਕਰਕੇ ਅਸੀਂ ਉਹਦੇ ਬਾਰੇ ਤਾਂ ਨਹੀਂ ਕੋਈ ਟਿੱਪਣੀ ਕਰ ਸਕਦੇ ਕਿ ਕੀ ਅਦਾਲਤ ਨੇ ਫੈਸਲਾ ਕਰਨਾ, ਪਰ ਜੋ ਪਿਛੋਕੜ 'ਚ ਪਿਆ ਹੈਗਾ ਉਸ ਦੇ ਬਾਰੇ ਅਸੀਂ ਜ਼ਰੂਰ ਗੱਲ ਕਰਾਂਗੇ। ਤੇ ਤੁਸੀਂ ਇਸ ਜਿਹੜਾ ਹੁਣ ਨਵਾਂ ਫੈਸਲਾ ਲਿਆ ਕੇਂਦਰ ਨੇ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਬਾਰੇ, ਇਸ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ? ਦੇਖੋ ਜੀ, ਇਹ ਫੈਸਲਾ ਜਿਹੜਾ ਲਿਆ ਗਿਆ ਇਹਦੀ ਸਮਝ ਨਹੀਂ ਆ ਰਹੀ ਕਿ ਹੁਣ ਕੀ ਜ਼ਰੂਰਤ ਪੈ ਗਈ ਸੀ, ਕਿਉਂਕਿ ਸਾਨੂੰ ਪਤਾ ਹੀ ਹੈ ਕਿ ਜਿਹੜਾ ਇਹਦਾ ਪਿਛੋਕੜ ਹੈ ਉਹ ਪਾਣੀਆਂ ਦੇ ਮਾਮਲੇ ਦੇ ਵਿੱਚ ਜੇ ਪੰਜਾਬ ਦੀ ਗੱਲ ਕਰਨੀ ਹੋਵੇ ਤਾਂ ਪਿਛਲੇ ਤਕਰੀਬਨ ਜਦੋਂ ਤੋਂ 47 ਤੋਂ ਲੈ ਕੇ ਹੁਣ ਤੱਕ ਪਾਣੀਆਂ ਦਾ ਮਾਮਲਾ ਕਿਸੇ ਨਾ ਕਿਸੇ ਰੂਪ ਦੇ ਵਿੱਚ ਪੰਜਾਬ, ਹਰਿਆਣਾ ਅਲੱਗ-ਅਲੱਗ ਹੋ ਗਏ, ਹਿਮਾਚਲ ਅਲੱਗ ਬਣ ਗਿਆ। ਪਹਿਲਾਂ ਇੱਕੋ ਹੀ ਸਟੇਟ ਹੁੰਦੀ ਸੀ, ਸਾਨੂੰ ਸਾਰਿਆਂ ਨੂੰ ਪਤਾ। ਉਦੋਂ ਇੰਟਰ ਸਟੇਟ ਡਿਸਪਿਊਟ ਹੋਣ ਦੀ ਸੰਭਾਵਨਾ ਨਹੀਂ ਸੀ, ਪਰ ਜਦੋਂ ਫਿਰ ਰੀਆਰਗੇਨਾਈਜ਼ ਸਟੇਟ ਹੋਈਆਂ 66 ਦੇ ਵਿੱਚ, ਉਸ ਤੋਂ ਬਾਅਦ ਇੱਕ ਤਾਂ ਉਹਦਾ ਪਿਛੋਕੜ ਇਹ ਪਿਆ ਹੋਇਆ ਕਿ ਇਹ ਭਾਖੜਾ ਬਿਆਸ ਜਿਹੜਾ ਮੈਨੇਜਮੈਂਟ ਬੋਰਡ ਹੈ, ਇਹ ਇੰਟਰ ਸਟੇਟ ਜਿਹੜਾ ਪਾਣੀ ਹੈ ਉਹਦੀ ਵੰਡ ਨੂੰ ਲੈ ਕੇ ਤੇ ਬਿਜਲੀ ਦੀ ਵੰਡ ਨੂੰ ਲੈ ਕੇ ਬੋਰਡ ਬਣਾਇਆ ਗਿਆ ਸੀ। ਕੁਦਰਤੀ ਹੈ ਕਿ ਜਦੋਂ ਇਹ ਜਿਹੜੀ ਸਟੇਕ ਹੋਲਡਰ ਹੈ, ਜਿਹਦੇ 'ਚ ਰਾਜਸਥਾਨ ਸਟੇਕ ਹੋਲਡਰ ਹੈ, ਉਹਦੀ ਗੱਲ ਅੱਗੇ ਚੱਲ ਕੇ ਕਰਾਂਗੇ ਕਿ ਰਾਜਸਥਾਨ ਕਿਵੇਂ ਸਟੇਕ ਹੋਲਡਰ ਬਣਦਾ ਪਾਣੀਆਂ 'ਚ। ਇਹਦਾ ਜਿਹੜਾ ਢਾਂਚਾ ਬਣਾਇਆ ਗਿਆ ਇਸ ਬੋਰਡ ਦਾ, ਉਹ ਬੁਨਿਆਦੀ ਤੌਰ ਦੇ ਉੱਤੇ ਇਰੀਗੇਸ਼ਨ ਵਾਲਾ ਜਿਹੜਾ ਪਾਣੀ ਹੈ ਨਹਿਰਾਂ ਰਾਹੀਂ ਜਿਹੜਾ ਜਾਂਦਾ ਵੱਖ-ਵੱਖ ਹਰਿਆਣਾ, ਹਿਮਾਚਲ, ਰਾਜਸਥਾਨ ਤੇ ਪੰਜਾਬ ਨੂੰ, ਤੇ ਇਸ ਤੋਂ ਇਲਾਵਾ ਬਿਜਲੀ ਦਾ ਜਿਹੜੀ ਪ੍ਰੋਡਕਸ਼ਨ ਹੁੰਦੀ ਹੈ ਭਾਖੜਾ ਤੇ ਬਾਕੀ ਜਿਹੜੇ ਡੈਮ ਹੈ ਇਸ ਖਿੱਤੇ ਦੇ, ਉਹਨਾਂ ਦੀ ਵੰਡ ਨੂੰ ਲੈ ਕੇ ਜਿਹੜਾ ਬੋਰਡ ਬਣਿਆ ਹੋਇਆ। ਕੁਦਰਤੀ ਤੌਰ ਦੇ ਉੱਤੇ ਹੈ ਕਿ ਜਿਹੜੀਆਂ ਸਟੇਟ ਇਨਵੋਲਵ ਹੈ ਉਹਨਾਂ ਦੇ ਅਧਿਕਾਰੀ ਜਿਹੜੇ ਹੈ ਇਹਦੇ ਵਿੱਚ ਨੁਮਾਇੰਦਗੀ ਉਹਨਾਂ ਨੂੰ ਦਿੱਤੀ ਜਾਂਦੀ ਹੈ। ਜਦੋਂ ਤੋਂ ਇਹ ਬੋਰਡ ਬਣਿਆ ਸਮਝਿਆ ਇਹ ਜਾਂਦਾ ਕਿ ਬੋਰਡ ਦੇ ਵਿੱਚ ਕਿਉਂਕਿ ਅਧਿਕਾਰੀ ਉਸ ਸਟੇਟ ਨੂੰ ਰਿਪਰੈਜ਼ੈਂਟ ਕਰਦੇ ਆ ਤੇ ਉਹ ਸਟੇਟ ਦੇ ਜਿਹੜੇ ਹਿੱਤ ਹੈ ਇਸ ਮਾਮਲੇ ਦੇ ਵਿੱਚ ਉਹਨੂੰ ਉਹਦਾ ਧਿਆਨ ਰੱਖਣਗੇ। ਸਮਝਿਆ ਜਾਂਦਾ ਕਿ ਉਹ ਅਧਿਕਾਰੀ ਕਿਉਂਕਿ ਉਹ ਸਟੇਟ ਨੂੰ ਬਿਲੋਂਗ ਕਰਦੇ ਆ, ਜਵਾਬਦੇਹ ਵੀ ਹੁੰਦੇ ਆਪਣੀ ਸਰਕਾਰ ਨੂੰ। ਪਰ ਹੁਣ ਕਿਉਂਕਿ ਇਹਦਾ ਕਾਰਨ ਕੀ ਹੈ ਤਾਂ ਸਰਕਾਰ ਹੀ ਦੱਸ ਸਕਦੀ ਹੈ। ਸਰਕਾਰ ਦਾ ਕਹਿਣਾ ਜਿਹੜਾ ਹੁਣ ਤੱਕ ਮੈਨੂੰ ਪੜ੍ਹਿਆ ਮੈਂ, ਸਰਕਾਰ ਦਾ ਕਹਿਣਾ ਇਹ ਹੈ ਕਿ ਅਸੀਂ ਇਹ ਜਿਹੜਾ ਕੀਤਾ ਹੈ ਇਹਦੇ ਵਿੱਚ ਅਸੀਂ ਕੋਈ ਚੇਂਜ ਨਹੀਂ ਕੀਤੀ। ਅਸੀਂ ਤਾਂ ਕਿਉਂਕਿ ਕੋਰਟ ਦੇ ਵਿੱਚ ਮਾਮਲਾ ਸੀ, ਕੋਰਟ ਦੀ ਡਾਇਰੈਕਸ਼ਨ ਹੈ ਉਹਦੇ ਹਿਸਾਬ ਨਾਲ ਕੀਤਾ। ਦੂਜਾ ਉਹਨਾਂ ਦਾ ਕਹਿਣਾ ਹੈ ਕਿ ਜਿਹੜੇ ਇੰਜੀਨੀਅਰ ਹੈ ਉਹ ਭੇਜੇ ਨਹੀਂ ਸੀ ਜਾਂਦੇ ਵੱਖ-ਵੱਖ ਸਟੇਟਸ ਵੱਲੋਂ, ਹਾਲਾਂਕਿ ਪੰਜਾਬ ਸਰਕਾਰ ਨੇ ਤੇ ਹਰਿਆਣਾ ਸਰਕਾਰ ਨੇ ਜਿਹੜੇ ਇੰਜੀਨੀਅਰ ਹੈ ਇਹਨਾਂ ਦੋਨਾਂ ਸਟੇਟ ਦੇ, ਉਹਨਾਂ ਨੇ ਕਿਹਾ ਕਿ ਇੱਦਾਂ ਦੀ ਕੋਈ ਗੱਲ ਨਹੀਂ ਹੈ, ਬਕਾਇਦਾ ਤੌਰ ਦੇ ਉੱਤੇ ਸਾਡੇ ਜਿਹੜੇ ਆ ਇੰਜੀਨੀਅਰ ਹੈ ਇਸ ਬੋਰਡ ਦੇ ਵਿੱਚ ਜਾਂਦੇ ਰਹੇ। ਸੋ ਜਿਹੜਾ ਬੋਰਡ ਇਹ ਇਟਸੈਲਫ ਹੈਗਾ ਇਹ ਪਹਿਲਾਂ ਵਿਵਾਦਾਂ 'ਚ ਰਿਹਾ। ਸਾਨੂੰ ਪਤਾ ਕਿ ਜਦੋਂ ਪੰਜਾਬ ਦੇ ਵਿੱਚ ਦੌਰ ਸੀ ਜਿਹੜਾ ਖਾੜਕੂਵਾਦ ਦਾ, ਉਦੋਂ ਇਹਦੇ ਚੇਅਰਮੈਨ ਦੀ ਵੀ ਜਿਹੜਾ ਕਤਲ ਹੋਇਆ ਸੀ, ਕਿਉਂਕਿ ਉਦੋਂ ਤੇ ਉਦੋਂ ਕਤਲ ਤੋਂ ਬਾਅਦ ਜਿਹੜਾ ਹੈ ਉਦੋਂ ਵੀ ਇਹ ਮਾਮਲਾ ਬਹੁਤ ਜ਼ਿਆਦਾ ਫਿਰ ਵੱਖਰੇ ਕਿਉਂਕਿ ਉਦੋਂ ਹੜ੍ਹ ਆਏ ਸੀ 88 ਦੇ ਵਿੱਚ, ਬਹੁਤ ਜ਼ਿਆਦਾ ਹੜ੍ਹ ਆਏ, 88 'ਚ ਹੜ੍ਹ ਆਏ ਸੀਗੇ। ਸੋ ਹੜ੍ਹਾਂ ਤੋਂ ਬਾਅਦ ਇੱਕ ਤਰ੍ਹਾਂ ਦਾ ਇੱਕ ਸਮਝਿਆ ਜਾਣ ਲੱਗਿਆ ਸੀ ਖਿੱਤੇ ਦੇ ਵਿੱਚ, ਕਿਉਂਕਿ ਜਾਣਬੁੱਝ ਕੇ ਹੜ੍ਹ ਜਿਹੜੇ ਲਿਆਂਦੇ ਗਏ ਆ। ਸੋ ਇਸ ਕਰਕੇ ਉਦੋਂ ਹੋਇਆ ਇਹ ਸੀਗਾ ਜਸਪਾਲ ਜੀ ਕਿ 1988 ਜਦੋਂ ਪਾਣੀ ਬਹੁਤ ਜ਼ਿਆਦਾ ਆ ਗਿਆ ਤਾਂ ਇਹ ਖਤਰਾ ਪੈਦਾ ਹੋਇਆ ਕਿ ਕਿਤੇ ਡੈਮ ਨੂੰ ਨਾ ਡੈਮੇਜ ਕਰਦੇ, ਡੈਮ ਦਾ ਨੁਕਸਾਨ ਨਾ ਹੋ ਜਾਏ, ਤਾਂ ਉਹਨਾਂ ਨੇ ਪਾਣੀ ਉੱਥੋਂ ਅਚਾਨਕ ਛੱਡ ਦਿੱਤਾ ਸੀਗਾ, ਜਿਹਦੇ ਨਾਲ ਉਹ ਸਾਰਾ ਕੁਝ ਵਾਪਰਿਆ। ਹਾਂ, ਇਹ ਵੀ ਬੜਾ ਦਿਲਚਸਪ ਹੈ ਕਿਉਂਕਿ ਇਹ ਜਿਹੜਾ ਪਾਣੀਆਂ ਦਾ ਮਾਮਲਾ ਹੈ ਇਹਦੇ ਉੱਤੇ ਪਹੁੰਚ ਕੀ ਹੈ। ਅਸੀਂ ਜੇ 47 ਤੋਂ ਥੋੜਾ ਪਿੱਛੇ ਵੀ ਜਾਈਏ, ਪਹਿਲਾਂ ਜਦੋਂ ਗੰਗ ਕਨਾਲ ਕੱਢੀ ਗਈ ਸੀ ਉਹਦਾ ਵੀ ਮੁਆਵਜ਼ਾ ਜਿਹੜਾ ਹੈ ਪੰਜਾਬ, ਉਦੋਂ ਦਾ ਜਿਹੜਾ ਪੰਜਾਬ ਹੁੰਦਾ ਸੀ, ਜਿਹੜੇ ਮਹਾਰਾਜਾ ਗੰਗਾ ਸਿੰਘ ਹੈ ਉਹ ਦਿੰਦੇ ਰਹੇ ਆ। ਪੈਪਸੂ ਵੀ ਜਿਹੜਾ ਮੁਆਵਜ਼ਾ ਜਿੰਨਾ ਪਾਣੀ ਵਰਤਦਾ ਸੀ ਉਹ ਦਿੰਦਾ ਰਿਹਾ। ਪਰ ਇੰਡੀਆ ਸਰਕਾਰ ਦਾ ਜਿਹੜਾ ਸਟੈਂਡ ਹੈ ਉਹ ਕੋਈ ਕਲੀਅਰ ਕੱਟ ਨਹੀਂ ਆ ਕਿ ਕੀ ਸਮਝਦੇ ਆ, ਕਿ ਉਹ ਰਿਪੇਰੀਅਨਸ ਲਾਅ ਦੇ ਵਿੱਚ ਯਕੀਨ ਰੱਖਦੇ ਆ ਕਿ ਜਿਹੜੇ ਦਰਿਆ, ਜਿੱਥੇ ਅਸੀਂ ਪਹਿਲਾਂ ਗੱਲ ਕੀਤੀ ਹੈ ਕਿ ਜਦੋਂ ਹੜ੍ਹ ਆਉਂਦੇ ਆ ਉਹੀ ਖਿੱਤੇ ਪ੍ਰਭਾਵਿਤ ਹੁੰਦੇ ਆ ਜਿੱਥੋਂ ਦਰਿਆ ਲੰਘ ਕੇ ਜਾਂਦੇ। ਇਸੇ ਕਰਕੇ ਉਹਨਾਂ ਨਹੀਂ, ਕਿਉਂਕਿ ਦਰਿਆ ਜਿਹੜੀ ਹੈ, ਦਰਿਆਵਾਂ ਦਾ ਪਾਣੀ ਹੈ ਜਿਹੜਾ, ਉਹਦੀ ਮਾਲਕੀ ਕਿਸ ਦੀ ਹੈ, ਇਹਨੂੰ ਲੈ ਕੇ ਹੀ ਥੋੜ੍ਹੀ ਜਿਹੜੀ ਹੈ ਕਿਸੇ ਤਰ੍ਹਾਂ ਦਾ ਭੰਬਲ ਭੂਸਾ ਸ਼ੁਰੂ ਤੋਂ ਹੀ ਬਣਿਆ ਹੋਇਆ। ਕੇਂਦਰ ਸਰਕਾਰ ਜਿਹੜੀ ਹੈ ਸਪਸ਼ਟ ਸਟੈਂਡ ਇਹਦੇ ਮਾਮਲੇ ਦੇ ਵਿੱਚ, ਕਿਉਂਕਿ ਸਾਊਥ ਦੇ ਵਿੱਚ ਕਾਵੇਰੀ ਵਾਟਰ ਦਾ ਜਿਹੜਾ ਰੌਲਾ ਉਹ ਵੀ ਸੁਪਰੀਮ ਕੋਰਟ ਦੇ ਵਿੱਚ ਬੜੇ ਲੰਮੇ ਸਮੇਂ ਤੋਂ ਲਮਕ ਰਿਹਾ।
ਕਿਉਂਕਿ ਇੰਡੀਆ ਗਵਰਨਮੈਂਟ ਜਿਹੜੀ ਆ ਉਹਦੇ ਤੇ ਸਟੈਂਡ ਨਹੀਂ ਲੈ ਰਹੀ ਕਿ ਉਹ ਰਿਪੇਰੀਅਨਸ ਲਾਅ ਹੈ। ਅਸਲ ਗੱਲ ਤਾਂ ਜਸਪਾਲ ਜੀ ਇਹ ਲੱਗਦੀ ਹੈ ਕਿਤੇ ਕੇਂਦਰ ਸਰਕਾਰ ਦੀ ਪਾਣੀਆਂ ਬਾਰੇ ਕੋਈ ਨੀਤੀ ਹੀ ਨਹੀਂ ਹੈ, ਕੋਈ ਨੀਤੀ ਨਹੀਂ ਹੈ, ਉਹਨਾਂ ਦੀ ਸਪਸ਼ਟ ਜਿਹੜੀ ਪਹੁੰਚ ਨਹੀਂ ਹੈ ਕਿ ਉਹ ਸਮਝਦੇ ਕੀ ਹੈ ਕਿ ਪਾਣੀ ਜਿਹੜੇ ਹੈ ਕਿਸੇ ਸਟੇਟ ਦਾ ਉਹਦੀ ਮਾਲਕੀ ਹੁੰਦੀ ਹੈ ਜਿੱਥੋਂ ਜਿੱਥੋਂ ਦਰਿਆ ਵਗਦੇ ਆ, ਜਾਂ ਫਿਰ ਇਹ ਉਹਨੂੰ ਕੌਮੀ ਸਰੋਤ ਸਮਝਦੇ ਆ। ਇਹਦੇ ਬਾਰੇ ਹੁਣ ਜੇ ਮੰਨ ਲਓ ਕਿ ਕੌਮੀ ਸਰੋਤ ਸਮਝਦੇ ਆ, ਹਾਲਾਂਕਿ ਉਹਨਾਂ ਦੀ ਜਿਹੜੀ ਪਹੁੰਚ ਹੈ ਉਹਦੇ ਤੋਂ ਇਹੀ ਲੱਗਦਾ ਕਿ ਉਹ ਸੈਂਟਰ ਦੀ ਗਵਰਨਮੈਂਟ ਹਮੇਸ਼ਾ ਤੋਂ ਇਹੀ ਸਮਝਦੀ ਹੈ ਕਿ ਦਰਿਆਵਾਂ ਦੇ ਪਾਣੀਆਂ ਦੇ ਉੱਤੇ ਸਾਰੇ ਦੇਸ਼ ਦਾ ਹੱਕ ਹੈ। ਖਾਸ ਤੌਰ ਦੇ ਉੱਤੇ ਬੀਜੇਪੀ ਹੈ ਜਿਹੜੀ, ਤੇ ਕਾਂਗਰਸ ਵੀ ਕਾਫੀ ਹੱਦ ਤੱਕ ਇਨਡਾਇਰੈਕਟਲੀ ਡਾਇਰੈਕਟਲੀ ਇਦਾਂ ਹੀ ਕਰਦੀ ਰਹੀ ਹੈ ਕਿ ਜਿਵੇਂ ਨੈਸ਼ਨਲ ਰਿਸੋਰਸ ਸਮਝ ਕੇ ਹੀ ਇਸ ਮਾਮਲੇ ਦੇ ਵਿੱਚ ਉਹਨਾਂ ਦੀ ਜਿਹੜੀ ਪਹੁੰਚ ਰਹੀ ਹੈ। ਹੁਣ ਤੁਹਾਨੂੰ ਯਾਦ ਹੋਏਗਾ ਕਿ ਜਦੋਂ ਅਟਲ ਬਿਹਾਰੀ ਵਾਜਪਾਈ ਉਹਨਾਂ ਦੀ ਸਰਕਾਰ ਸੀ ਤਾਂ ਉਹਨਾਂ ਨੇ ਕਿਸ ਤਰ੍ਹਾਂ ਦੀ ਤਜਵੀਜ਼ ਵੀ ਲਿਆਂਦੀ ਸੀ ਕਿ ਜਿਹੜੇ ਸਾਰੇ ਦਰਿਆ ਹੈ ਉਹਨਾਂ ਨੂੰ ਜੋੜਿਆ ਜਾਵੇ ਕੌਮੀ ਪੱਧਰ ਦੇ ਉੱਪਰ। ਮੈਂ ਉਹੀ ਗੱਲ ਕੀਤੀ ਕਿ ਜਿਹੜੀ ਸੈਂਟਰ ਗਵਰਨਮੈਂਟ ਇੰਡੀਆ ਦੀ ਸਰਕਾਰ ਕੋਈ ਵੀ ਰਹੇ, ਜਿਹੜੀ ਇੰਡੀਅਨ ਸਟੇਟ ਹੈ ਉਹਦੀ ਅਪਰੋਚ ਸਮਝ ਜਿਹੜੀ ਆਉਂਦੀ ਹੈ ਉਹ ਇਹੀ ਆਉਂਦੀ ਹੈ ਕਿ ਇਹ ਨੈਚੁਰਲ ਰਿਸੋਰਸਿਸ ਜਿਹੜੇ ਹੈ, ਖਾਸ ਤੌਰ ਤੇ ਜਿਹੜਾ ਪਾਣੀ ਹੈ, ਇਹ ਕੌਮੀ ਸਰਮਾਇਆ ਹੈ। ਪਰ ਜੇ ਮੰਨ ਲਓ ਕੋਈ ਪਹੁੰਚ ਤੇ ਬਣਾਉਣੀ ਪਏਗੀ, ਜੇ ਮੰਨ ਲਓ ਜੇ ਇਹ ਪਹੁੰਚ ਵੀ ਬਣਾ ਲਈ ਜਾਂਦੀ ਹੈ ਕਿ ਹਾਂਜੀ ਪਾਣੀ ਸਾਰੇ ਜਿਹੜਾ ਉਹ ਜਿਹੜਾ ਕੌਮੀ ਸਰੋਤ ਹੈ, ਤਾਂ ਬਾਕੀ ਜਿਹੜੇ ਧਰਤੀ ਹੇਠਲੇ ਹੋਰ ਪਦਾਰਥ ਹੈ ਜਿਹੜੇ ਕੱਢੇ ਜਾਂਦੇ ਆ ਤਾਂ ਉਹ ਵੀ ਕੌਮੀ ਸਰੋਤ ਹੈ। ਤਾਂ ਜਿਹੜੇ ਉਹ ਦੂਸਰੀਆਂ ਸਟੇਟ ਇੱਕ ਦੂਜੇ ਦੇ ਵਰਤਦੀਆਂ ਤਾਂ ਉਹਦੇ ਬਾਰੇ ਫਿਰ ਪਾਲਿਸੀ ਕੀ ਹੋਏਗੀ? ਤਾਂ ਫਿਰ ਕਿਉਂ ਜਿਹੜਾ ਪੰਜਾਬ ਕੋਲਾ ਵਰਤੂਗਾ ਜਾਂ ਹਰਿਆਣਾ ਕੋਲਾ ਵਰਤੂਗਾ ਜਿੱਥੋਂ ਕੋਲਾ ਨਹੀਂ ਪੈਦਾ ਹੁੰਦਾ, ਤਾਂ ਉਹ ਬਿਹਾਰ ਜਾਂ ਜਿਹੜੇ ਝਾਰਖੰਡ ਹੈ ਜਿੱਥੋਂ ਕੋਲਾ ਆਉਂਦਾ ਤਾਂ ਉਹਨਾਂ ਨੂੰ ਰਾਇਲਟੀ ਫਿਰ ਕਿਉਂ ਦਊਗਾ? ਸੋ ਇਹਦੇ ਬਾਰੇ ਕੋਈ ਜਿਹੜੀ ਕਲੀਅਰ ਕੱਟ ਪਾਲਿਸੀ ਹੈ ਨਹੀਂ ਹੈ ਇੰਡੀਆ ਗਵਰਨਮੈਂਟ ਦੀ। ਉੱਦਾਂ ਉਹ ਡੰਗ ਟਪਾਊ ਜਿਹੜੀ ਹੈ ਅਪਰੋਚ ਦੇ ਨਾਲ ਚੱਲਦੇ ਆ, ਪਰ ਉਹਨਾਂ ਦੇ ਮਾਈਂਡ ਸੈਟ ਦੇ ਵਿੱਚ ਕਿਤੇ ਨਾ ਕਿਤੇ ਬੈਠਾ ਹੋਇਆ ਕਿ ਇਸ ਗੱਲ ਨੂੰ ਜਿਹੜਾ ਹੈ ਇਹਦੇ ਉੱਤੇ ਕਲੀਅਰ ਕੱਟ ਸਟੈਂਡ ਨਾ ਲਿਆ ਜਾਵੇ। ਇਹਦੀ ਜੜ ਪਈ ਹੋਈ ਹੈ ਇਹਦੇ ਵਿੱਚ ਬਾਰ-ਬਾਰ ਜੇ ਮਸਲਾ ਉੱਠਦਾ, ਕਿਉਂਕਿ ਇਹਦੀ ਜਿਹੜੀ ਬੈਕਗਰਾਉਂਡ ਹੈ ਅਸੀਂ ਦੇਖਦੇ ਹਾਂ ਕਿ ਜਿਹੜੀ ਜਦੋਂ ਇੰਡੀਆ ਤੇ ਪਾਕਿਸਤਾਨ ਦੀ ਅਲੱਗ-ਅਲੱਗ ਹੋਏ, ਇੰਡੀਆ ਪਾਕਿਸਤਾਨ, ਉਸ ਤੋਂ ਬਾਅਦ ਜਿਹੜਾ 3 ਦਰਿਆ ਜਿਹੜੇ ਆ ਪੰਜਾਬ ਵਾਲੇ, ਰਾਵੀ, ਸਤਲੁਜ ਤੇ ਬਿਆਸ, ਉਹਦਾ ਪਾਣੀ ਵਰਤਣ ਦੀ ਜਿਹੜੀ ਹੈ ਉਹ ਹੈ ਉਹਨੂੰ ਮਿਲੀ ਇੰਡੀਆ ਨੂੰ, ਤੇ ਜਿਹੜਾ ਬਾਕੀ 2 ਦਰਿਆ ਹੈ ਉਹ ਪਾਕਿਸਤਾਨ ਦੇਸ਼ ਤੇ ਆਏ ਸੀ। ਸੋ ਇਹ 3 ਦਰਿਆਵਾਂ ਦੇ ਵਿੱਚ ਜਿਹੜਾ ਪਾਣੀ ਹੈ ਉਹ ਬਿਆਸ, ਰਾਵੀ ਤੇ ਸਤਲੁਜ ਤੋਂ ਕਿਉਂਕਿ ਕਾਫੀ ਜ਼ਿਆਦਾ ਪਾਣੀ ਜਿਹੜਾ ਪਾਕਿਸਤਾਨ ਨੂੰ ਵਹਿ ਜਾਂਦਾ ਸੀ, ਉਹ ਪਾਣੀ ਦੇ ਮਾਮਲੇ ਦੇ ਵਿੱਚ ਜਦੋਂ ਗੱਲ ਆਈ ਸੀ ਤਾਂ ਹੀ ਫਿਰ ਰਾਜਸਥਾਨ ਨੂੰ ਇਹਦੇ ਵਿੱਚ ਸ਼ਾਮਲ ਕੀਤਾ ਗਿਆ ਸੀ ਕਿ ਰਾਜਸਥਾਨ ਨੂੰ ਪਾਣੀ ਦੀ ਲੋੜ ਵੀ ਸੀ। ਉਦੋਂ ਹੀ ਕਿਹਾ ਗਿਆ ਸੀ ਕਿ ਪੰਜਾਬ ਨੂੰ, ਉਦੋਂ ਦਾ ਪੰਜਾਬ ਇਕੱਠਾ ਹੀ ਪੰਜਾਬ ਸੀ, ਕਿ ਪੰਜਾਬ ਨੂੰ ਉਹਨੇ ਪਾਣੀ ਦੀ ਲੋੜ ਨਹੀਂ, ਇਸੇ ਕਰਕੇ ਜਿਹੜਾ ਹੈ ਰਾਜਸਥਾਨ ਨੂੰ ਅਸੀਂ ਇਹਦੇ ਵਿੱਚ ਸ਼ਾਮਲ ਕਰ ਲਿਆ ਕਿਉਂਕਿ ਰਾਜਸਥਾਨ ਦੇ ਵਿੱਚ ਕਾਫੀ ਜ਼ਿਆਦਾ ਪਾਣੀ ਦੀ ਲੋੜ ਸੀ। ਹੁਣ ਉਹ ਕਿਹੜੇ ਆਧਾਰ ਦੇ ਉੱਤੇ ਰਾਜਸਥਾਨ ਨੂੰ ਪਾਰਟੀ ਬਣਾਇਆ ਗਿਆ, ਇਹ ਵੀ ਇਹਦੇ ਬਾਰੇ ਕੋਈ ਸਪਸ਼ਟ ਪਹੁੰਚ ਨਹੀਂ ਹੈ ਹੁਣ ਤੱਕ। ਜਿਹੜਾ ਪਬਲਿਕ ਡੋਮੇਨ ਦੇ ਵਿੱਚ ਜਿਹੜੀ ਇਨਫੋਰਮੇਸ਼ਨ ਜਿਹੜੀ ਬਾਰ-ਬਾਰ ਡਿਸਕਸ ਵੀ ਕੀਤੀ ਜਾਂਦੀ ਹੈ, ਜਿਹੜੀ ਆਖਰੀ ਮੀਟਿੰਗ ਹੋਈ ਸੀ ਇਸ ਪਾਣੀਆਂ ਦੇ ਮਾਮਲੇ, ਸੈਂਟਰ ਗਵਰਨਮੈਂਟ ਨੇ ਜਿਹੜੀ ਜਦੋਂ ਰਾਜਸਥਾਨ ਨੂੰ ਪਾਣੀ ਦਿੱਤਾ ਸੀ, ਗੁਲਜ਼ਾਰੀ ਲਾਲ ਨੰਦਾ ਉਦੋਂ ਗ੍ਰਹਿ ਮੰਤਰੀ ਹੁੰਦੇ ਸੀ, ਉਹਨਾਂ ਦੀ ਪ੍ਰਧਾਨਗੀ 'ਚ ਮੀਟਿੰਗ ਹੋਈ ਸੀ। ਉਹਦੇ 'ਚ ਫੈਸਲਾ ਹੋਇਆ ਸੀ ਕਿ ਇਸ ਰੇਸ਼ੋ 'ਚ ਪਾਣੀ ਵੰਡਿਆ ਜਾਣਾ, ਪੰਜਾਬ ਨੂੰ ਇੰਨਾ ਮਿਲਣਾ, ਰਾਜਸਥਾਨ ਨੂੰ ਇੰਨਾ ਮਿਲਣਾ, ਹਿਮਾਚਲ ਇੰਨਾ ਵਰਤ ਸਕਦਾ। ਉਦੋਂ ਹਰਿਆਣਾ ਤੇ ਪੰਜਾਬ ਕਿਉਂ ਇਕੱਠੇ ਸੀ। ਜਦੋਂ ਰਾਜਸਥਾਨ ਨੂੰ ਪਾਣੀ ਦਿੱਤਾ ਗਿਆ ਸੀ ਉਹਦੇ 'ਚ ਇਹ ਗੱਲ ਆਖਰੀ ਮੀਟਿੰਗ ਦੇ ਵਿੱਚ ਕਿਹਾ ਗਿਆ ਸੀ ਕਿ ਇਹਦਾ ਜਿਹੜਾ ਫੈਸਲਾ ਬਾਅਦ 'ਚ ਕੀਤਾ ਜਾਊਗਾ ਕਿਉਂਕਿ ਨਾਨ ਰਿਪੇਰੀਅੰਗ ਸਟੇਟ ਹੈ ਰਾਜਸਥਾਨ, ਜੇ ਇਹ ਪਾਣੀ ਵਰਤਦਾ ਤਾਂ ਇਹਦਾ ਜਿਹੜਾ ਹੈ ਇਹਨੂੰ ਮੁਆਵਜ਼ਾ ਜਾਂ ਰਾਇਲਟੀ ਜਿਹੜੀ ਦੇਣੀ ਹੈ ਉਹ ਕਿੰਨੀ ਦੇਣੀ ਹੈ, ਕਿਸ ਰੇਸ਼ੋ 'ਚ ਦੇਣੀ ਹੈ, ਇਹਦਾ ਫੈਸਲਾ ਬਾਅਦ ਦੀ ਮੀਟਿੰਗ 'ਚ ਕੀਤਾ ਜਾਊਗਾ। ਪਰ ਉਹ ਮੀਟਿੰਗ ਕਦੇ ਦੁਬਾਰਾ ਤੋਂ ਹੁਣ ਤੱਕ ਬੁਲਾਈ ਹੀ ਨਹੀਂ ਗਈ, ਨਾ ਉਹਦੇ ਤੇ ਕੋਈ ਫੈਸਲਾ ਹੋਇਆ। ਪਰ ਹੁਣ ਵੀ ਜਸਪਾਲ ਜੀ ਜਿਹੜਾ ਇਹਨਾਂ ਨੇ ਫੈਸਲਾ ਲਿਆ ਹੈਗਾ ਭਾਖੜਾ ਡੈਮ ਦੀ ਆਪਾਂ ਗੱਲ ਕਰਦੇ ਹਾਂ, ਜਿੱਥੋਂ ਜਿਹੜੀ ਮੈਂਬਰੀ ਸੀਗੀ ਪੰਜਾਬ ਦੀ ਤੇ ਹਰਿਆਣੇ ਦੀ ਖਤਮ ਕੀਤੀ ਗਈ ਹੈ ਨੁਮਾਇੰਦਗੀ, ਤਾਂ ਉਸ ਦੇ ਸਬੰਧ ਦੇ ਵਿੱਚ ਕਿਹਾ ਜਾ ਰਿਹਾ, ਜਿਹੜੀਆਂ ਬਾਅਦ 'ਚ ਰਿਪੋਰਟਾਂ ਆਈਆਂ ਕਿ 2019 'ਚ ਇੱਕ ਉੱਤਰੀ ਜ਼ੋਨ ਕੌਂਸਲ ਦੀ ਮੀਟਿੰਗ ਹੋਈ ਸੀ, ਉਸ ਦੇ ਚੇਅਰਮੈਨ ਜਿਹੜੇ ਆ ਉਹ ਜਿਹੜੇ ਆਪਣੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਹੋਣੀ ਹੈ, ਕਿ ਉਸ ਮੀਟਿੰਗ 'ਚ ਇਸ ਤਰ੍ਹਾਂ ਦੀ ਗੱਲ ਆਈ ਸੀ। ਤਾਂ ਉਸ ਸਮੇਂ ਵੀ ਪੰਜਾਬ ਦਾ ਜਿਹੜੇ ਮੁੱਖ ਸਕੱਤਰ ਸੀਗੇ ਉਹਨਾਂ ਨੇ ਇਸ ਗੱਲ ਦਾ ਵਿਰੋਧ ਕੀਤਾ ਸੀ ਕਿ ਇਸ ਗੱਲ ਨਾਲ ਪੰਜਾਬ 'ਚ ਬੜਾ ਰਿਜ਼ੈਂਟਮੈਂਟ ਹੋਏਗੀ ਔਰ ਇਸ ਦਾ ਬੜਾ ਵਿਰੋਧ ਹੋਏਗਾ। ਤਾਂ ਹੁਣ ਵੀ ਅਸੀਂ ਦੇਖਦੇ ਹਾਂ ਕਿ ਜਦੋਂ ਇੱਕ ਪਾਸੇ ਤਾਂ ਖੇਤੀ ਕਾਨੂੰਨ ਵਾਪਸ ਲੈ ਲਏ ਗਏ, ਪਰ ਦੂਸਰੇ ਪਾਸੇ ਇਹ ਵੀ ਪੰਜਾਬ ਦੇ ਕਿਸਾਨੀ 'ਚ ਇਸ ਗੱਲ ਦਾ ਵੀ ਗਿਆ ਕਿ ਇਹ ਸਾਡੇ ਤੋਂ ਬਦਲਾ ਲੈਣ ਲਈ ਇਸ ਕਿਸਮ ਦਾ ਜਿਹੜਾ ਇਹ ਕੰਟਰੋਲ ਪਾਣੀਆਂ ਤੇ ਵੀ ਹੁਣ ਕੇਂਦਰ ਸਰਕਾਰ ਕਰਨ ਦਾ
ਯਤਨ ਕਰ ਰਹੀ ਹੈ। ਤੇ ਇਹੀ ਕਾਰਨ ਹੈ ਕਿ ਇਸ ਵੇਲੇ ਜਿਹੜੇ ਕਿਸਾਨ ਜਥੇਬੰਦੀਆਂ ਉਹਨਾਂ ਨੇ ਮਤਲਬ ਉੱਥੇ ਪੰਜਾਬ ਦੇ ਵਿੱਚ ਪ੍ਰੋਟੈਸਟ ਕਰਨ ਦਾ ਫੈਸਲਾ ਕੀਤਾ, ਇੱਕ 5 ਮਾਰਚ ਦਾ, ਇੱਕ 7 ਮਾਰਚ ਦਾ। ਸੋ ਇਸ ਕਰਕੇ ਇਹ ਜਿਹੜੀ ਸਾਰੀ ਸਥਿਤੀ ਬਣ ਰਹੀ ਆ, ਉਹਦੇ ਤੋਂ ਲੱਗਦਾ ਨਹੀਂ ਕਿ ਇਹਦੇ ਨਾਲ ਫਿਰ ਜਿਹੜੀ ਪੰਜਾਬ ਨਾਲ ਧੱਕੇ ਦੀ ਸਵਾਲ ਹੈ ਉਹ ਉਹਦੇ ਵਿੱਚ ਇੱਕ ਹੋਰ ਨਵਾਂ ਚੈਪਟਰ ਜੁੜ ਕੇ ਤਾਂ ਇਹ ਫਿਰ ਦੁਬਾਰਾ ਕੇਂਦਰ ਨਾਲ ਟਕਰਾਅ ਵਾਲੀ ਸਥਿਤੀ ਵੱਲ ਜਾ ਰਹੀ ਗੱਲ। ਬਿਲਕੁਲ, ਇਹੀ ਤਾਂ ਹੁਣ ਸਮਝ ਨਹੀਂ ਆਉਂਦੀ ਕਿ ਜਦੋਂ ਇਹ ਜਿਹੜਾ ਹੈ ਇਹਦੇ ਤੋਂ ਨਿਕਲਣਾ ਤਾਂ ਟਕਰਾਈ ਆ, ਹੋਰ ਕੀ ਨਿਕਲੂਗਾ। ਕਿਉਂਕਿ ਕਿਸਾਨ ਜਥੇਬੰਦੀਆਂ ਨੇ ਜਿਨ੍ਹਾਂ ਨੇ ਐਲਾਨ ਕੀਤਾ ਉਹਨਾਂ ਦਾ ਜਿਹੜਾ ਖਦਸ਼ਾ ਇਸ ਗੱਲ ਤੇ ਪਿਆ ਹੋਇਆ ਕਿ ਕੱਲ ਨੂੰ ਮੰਨ ਲਓ ਜਿਵੇਂ ਪਾਣੀ ਦਾ ਜ਼ਮੀਨੀ ਪੱਧਰ ਦਾ ਪਾਣੀ ਜਿਹੜਾ ਥੱਲੇ ਜਾ ਰਿਹਾ, ਉਹ ਹੌਲੀ ਹੌਲੀ ਸਥਿਤੀ ਇਹ ਬਣਦੀ ਜਾ ਰਹੀ ਹੈ ਜ਼ਮੀਨ ਦਾ ਪਾਣੀ ਤਾਂ ਹੌਲੀ ਹੌਲੀ ਜਾ ਕੇ ਖਤਮ ਹੋਣ ਦੇ ਕਿਨਾਰੇ ਪਹੁੰਚ ਗਿਆ ਹੋਇਆ, ਜਾਂ ਉਹਦੀ ਕਾਸਟ ਇੰਨੀ ਵੱਧ ਗਈ ਹੈ ਕਿ ਉਹ ਪਾਣੀ ਵਰਤਣਾ ਸੌਖਾ ਨਹੀਂ ਰਹਿ ਜਾਣਾ। ਤਾਂ ਫਿਰ ਦੁਬਾਰਾ ਤੋਂ ਦਰਿਆਵਾਂ ਦਾ ਪਾਣੀ ਜਿਹੜਾ ਹੈ, ਨਹਿਰਾਂ ਦਾ ਪਾਣੀ ਹੈ, ਉਹ ਕਿਸਾਨਾਂ ਨੂੰ ਵਰਤਣਾ ਪੈਣਾ। ਸੋ ਉਹ ਜੇ ਮੰਨ ਲਓ ਇਹ ਪਾਣੀ ਦੇ ਉੱਤੇ ਕੋਈ ਜਿਹੜੀ ਪਹੁੰਚ ਸਹੀ ਬਣਦੀ ਨਹੀਂ ਹੈ ਤਾਂ ਪੰਜਾਬ ਦੇ ਵਿੱਚ ਕਿਸਾਨੀ ਦਾ ਸੰਕਟ ਜਿਹੜਾ ਹੈ ਉਹ ਹੋਰ ਵਧੂਗਾ ਤੇ ਟਕਰਾਅ ਵੀ ਜਿਹੜਾ ਹੈ ਉਹ ਹੋਰ ਵਧੂਗਾ। ਹਾਲਾਂਕਿ ਹਰਿਆਣਾ ਜਿਹੜਾ ਹੈ ਉਹ ਅਸੀਂ ਦੇਖਦੇ ਹਾਂ ਕਿ ਜਿਵੇਂ ਪਹਿਲਾਂ ਜਿਹੜੀ ਹੈ SYL ਦੇ ਮੁੱਦੇ ਉੱਤੇ ਕਾਫੀ ਸਾਰੇ ਸਾਡੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਪਤਾ ਕਿ ਕਿੰਨੀ ਉਹਦੇ ਉੱਤੇ ਵੀ ਕਿੰਨੀ ਕਸ਼ਮਕਸ਼ ਚੱਲਦੀ ਰਹੀ ਹੈ, ਉਧਰ ਨਹਿਰ ਕਦੇ ਬਣ ਹੀ ਨਹੀਂ ਸਕੀ। ਕਿਉਂਕਿ ਉਹਦੀ ਵੀ ਆਪਣੀ ਇੱਕ ਬੈਕਗਰਾਊਂਡ ਇਹ ਹੈ ਕਿ ਜਦੋਂ ਹਰਿਆਣਾ ਅਲੱਗ ਹੋਇਆ ਉਹਦੇ ਵਿੱਚ ਵੀ ਪਹੁੰਚ ਦੀ ਜਿਹੜੀ ਮੈਂ ਪਹਿਲਾਂ ਗੱਲ ਕੀਤੀ ਹੈ ਕਿ ਸੈਂਟਰ ਗਵਰਨਮੈਂਟ ਦੀ ਕੋਈ ਪਹੁੰਚ ਹੈ ਕਿ ਸਮਝ ਨਹੀਂ ਆਉਂਦੀ ਹੈ ਕਿ ਜਦੋਂ ਹਰਿਆਣਾ ਇਹ ਤਾਂ ਜਿਹੜੀ ਜਸਪਾਲ ਜੀ ਹੋਇਆ ਸੀਗਾ, ਜਿਹੜੀ ਇਹ ਵੰਡ ਹੋਈ ਹੈ ਪਾਣੀਆਂ ਦੀ, ਖਾਸ ਕਰਕੇ 1966 ਚ ਜਦੋਂ ਪੰਜਾਬੀ ਸੂਬਾ ਬਣਦਾ ਤਾਂ ਉਦੋਂ ਪੰਜਾਬ ਪੁਨਰ ਗਠਨ ਐਕਟ ਇੱਕ ਬਣਿਆ ਸੀ 1966। ਤਾਂ ਉਹਦੇ ਮੁਤਾਬਕ ਹੀ ਸਾਰੀ ਵੰਡ ਹੋਈ ਸੀਗੀ, ਤਾਂ ਪਾਣੀਆਂ ਦੀ ਵੰਡ ਵੀ ਉਹਦੇ ਮੁਤਾਬਕ ਹੈ, ਇਸੇ ਕਰਕੇ ਉਹਦੇ ਤੇ ਸਵਾਲ ਉੱਠ ਰਿਹਾ। ਤਾਂ ਮੈਂ ਉਹੀ ਕਹਿ ਰਿਹਾ ਕਿ ਜਦੋਂ ਅਸਾਸੇ ਵੰਡੇ ਗਏ ਸੀ, ਜਿਹੜੇ ਐਸੈਟਸ ਵੰਡੇ ਗਏ ਸੀ ਹਰਿਆਣਾ ਤੇ ਪੰਜਾਬ ਦੇ ਵਿੱਚ, ਜਿਸ ਰੇਸ਼ੋ 'ਚ ਬਾਕੀ 60-40 ਦੀ ਰੇਸ਼ੋ 'ਚ ਸ਼ਾਇਦ ਵੰਡੇ ਗਏ ਸੀ, ਉਸੇ ਰੇਸ਼ੋ 'ਚ ਪਾਣੀ ਵੰਡਿਆ ਗਿਆ ਸੀ। ਜਿਹੜਾ ਪੰਜਾਬ ਦੇ ਹਿੱਸੇ ਦਾ ਪਾਣੀ ਸੀ ਉਹ ਜਦੋਂ ਰਾਜਸਥਾਨ ਵਾਲਾ ਤਾਂ ਟੱਚ ਨਹੀਂ ਕੀਤਾ ਗਿਆ, ਉਦੋਂ ਵੀ ਰਾਜਸਥਾਨ ਨੂੰ ਜਿੰਨਾ ਪਾਣੀ ਮਿਲਦਾ ਸੀ ਉਹਨਾਂ ਪਾਣੀ ਨੂੰ ਰੱਖਿਆ ਗਿਆ ਉਹਦਾ, ਪਰ ਜਿਹੜਾ ਪੰਜਾਬ ਨੂੰ ਪਾਣੀ ਮਿਲਦਾ ਸੀ ਉਸ ਵੰਡ ਦੇ ਵਿੱਚੋਂ ਉਹਦਾ 60% ਪੰਜਾਬ ਨੂੰ ਦਿੱਤਾ ਗਿਆ, 40% ਜਿਹੜਾ ਹਰਿਆਣਾ ਨੂੰ ਦਿੱਤਾ ਗਿਆ। ਪਰ ਕਿਉਂਕਿ ਹਰਿਆਣੇ ਕੋਲ ਕੋਈ ਨਹਿਰ ਨਹੀਂ ਸੀ ਜਿਹਦੇ ਰਾਹੀਂ ਪਾਣੀ ਉਹ 60% ਹਿੱਸਾ ਸੀ ਲਿਜਾਇਆ ਜਾ ਸਕਦਾ, ਇਸੇ ਕਰਕੇ ਜਿਹੜੀ ਫਿਰ SYL ਜਿਹੜੀ ਹੈ ਉਹ ਕੱਢਣ ਦਾ ਜਿਹੜਾ ਫੈਸਲਾ ਕੀਤਾ ਗਿਆ ਸੀ, ਜਿਹੜੀ ਕਿ ਕਦੇ ਪੂਰੀ ਨਹੀਂ ਹੋਈ। ਸੋ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਮੰਨ ਲਓ ਇਹ ਵੀ ਮੰਨ ਲਿਆ ਜਾਵੇ ਕਿ ਜਦੋਂ ਹਰਿਆਣੇ ਨੂੰ ਜਿਹੜਾ ਪਾਣੀ ਹੈ ਉਹ ਜੇ ਲੌਜੀਕਲ ਸਟੈਂਡ ਦੇਖਿਆ ਜਾਵੇ ਹਰਿਆਣੇ ਦਾ, ਜੇ ਉਹ ਵੰਡ ਹੋਈ ਆ ਅਸਾਸਿਆਂ ਦੀ, ਉਹਦਾ ਫਿਰ ਵੀ ਕੋਈ ਲੌਜਿਕ ਸਮਝ ਆਉਂਦਾ ਕਿ ਚਲੋ ਜਦੋਂ ਬਾਕੀ ਅਸਾਸੇ ਵੰਡੇ ਗਏ ਆ ਤੇ ਇਹਦਾ ਮਤਲਬ ਹੈ ਉਸ ਟਾਈਮ ਦੇ ਉੱਤੇ ਸੈਂਟਰ ਗਵਰਨਮੈਂਟ ਨੇ ਇਸ ਗੱਲ ਨੂੰ ਮੰਨਿਆ ਕਿ ਜਿਹੜਾ ਪਾਣੀ ਹੈ ਉਹ ਇੱਕ ਐਸੈਟ ਹੈ ਤੇ ਸਟੇਟ ਦੀ ਐਸੈਟ ਹੈ, ਇਸੇ ਕਰਕੇ ਹਰਿਆਣੇ ਨੂੰ ਫਿਰ ਉਹਦਾ ਹਿੱਸਾ ਦਿੱਤਾ ਗਿਆ। ਬਾਕੀ ਐਸੈਟ ਜਿਵੇਂ ਦਿੱਤਾ ਗਿਆ ਉਵੇਂ ਹੀ ਪਾਣੀ ਦਿੱਤਾ ਗਿਆ। ਇਹਦਾ ਮਤਲਬ ਉਦੋਂ ਤੁਸੀਂ ਉਹਨੂੰ ਸਟੇਟ ਸਬਜੈਕਟ ਮੰਨਿਆ ਹੋਇਆ, ਸਟੇਟ ਦਾ ਜਿਹੜਾ ਉਹਦੇ ਤੇ ਹੱਕ ਮੰਨਿਆ ਹੋਇਆ। ਪਰ ਦੂਜੇ ਪਾਸੇ BVM ਬਾਰੇ ਜਿਹੜੀ ਅਪਰੋਚ ਹੁਣ ਵੀ ਹੈ, ਜਾਂ ਜਿਹੜਾ ਬਣਾਇਆ ਹੀ ਗਿਆ, ਜਿਹੜਾ ਇਹ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਹੈ, ਬਣਾਇਆ ਪੰਜਾਬ ਲਈ ਗਿਆ ਸੀ। ਹਾਂ, ਜਿਹੜਾ ਬਣਾਇਆ ਤਾਂ ਪੰਜਾਬ ਲਈ ਗਿਆ ਸੀ। ਸੋ ਮੇਰੇ ਪੁਆਇੰਟ ਕਹਿਣ ਦਾ ਮਤਲਬ ਇਹ ਹੈ ਸੀ ਕਿ ਜੇ ਮੰਨ ਲਓ ਹਰਿਆਣੇ ਦਾ ਹੱਕ ਜਿਹੜਾ ਮੰਨ ਵੀ ਲਈਏ, ਜਿਹੜਾ SYL ਦੇ ਉੱਤੇ ਪਾਣੀ ਮਿਲਣਾ ਚਾਹੀਦਾ ਉਹ ਫਾਰਮੂਲੇ ਦੇ ਹਿਸਾਬ ਨਾਲ, ਪਰ ਦੂਜੇ ਪਾਸੇ ਫਿਰ ਜਿਹੜਾ ਜਮਨਾ ਦਾ ਪਾਣੀ ਹੈ ਉਹਦੇ ਉੱਤੇ ਪੰਜਾਬ ਦਾ ਹੱਕ ਬਣਦਾ। ਕਿਉਂਕਿ ਪੰਜਾਬ ਜਦੋਂ ਸਾਂਝਾ ਪੰਜਾਬ ਹਰਿਆਣਾ ਸੀ ਉਦੋਂ ਪੰਜਾਬ ਦੀ ਹੱਦ ਗੜਗਾਉਂ ਤੱਕ ਸੀ ਤੇ ਜਿਹੜੇ ਬਾਕੀ ਦਰਿਆ ਹੈ ਉੱਥੇ ਜਮਨਾ ਦੇ ਵਿੱਚੋਂ ਹਿੱਸਾ ਜਿਹੜਾ ਪੰਜਾਬ ਦਾ ਬਣਦਾ ਉਹ ਦੇਣਾ ਚਾਹੀਦਾ, ਪਰ ਉਹਦੇ ਬਾਰੇ ਵੀ ਕੋਈ ਅਪਰੋਚ ਨਹੀਂ ਹੈ। ਸੋ ਕਹਿਣ ਦਾ ਮਤਲਬ ਇਹ ਹੈ ਕਿ ਸੈਂਟਰ ਗਵਰਨਮੈਂਟ ਨੇ ਕੋਈ ਪਾਲਿਸੀ ਨਹੀਂ ਬਣਾਈ, ਪਰ ਉਹਨਾਂ ਦੇ ਮਨ ਦੇ ਵਿੱਚ ਕਿਤੇ ਨਾ ਕਿਤੇ ਇਹੀ ਚੱਲਦਾ ਰਿਹਾ ਕਿ ਜਿਹੜਾ ਪਾਣੀ ਹੈ, ਅਸੀਂ ਸਾਊਥ ਦੇ ਵਿੱਚ ਵੀ ਦੇਖਦੇ ਹਾਂ, ਸਾਊਥ ਦੇ ਵਿੱਚ ਵੀ ਡਿਸਪਿਊਟ ਜਿਹੜੇ ਆ ਦਰਿਆਵਾਂ ਦੇ, ਜਿੱਥੇ ਜਿੱਥੇ ਇੰਟਰਸਟੇਟ ਪਾਣੀਆਂ ਦਾ ਮਾਮਲਾ ਹੈਗਾ, ਕਰਨਾਟਕ ਦਾ ਤੇ ਤਾਮਿਲਨਾਡੂ ਦਾ ਕਾਵੇਰੀ ਉਹ ਵੀ ਡਿਸਪਿਊਟ ਚੱਲਿਆ ਹੋਇਆ। ਉਹਦੇ ਵਿੱਚ ਹਾਲਾਂਕਿ ਸੈਂਟਰ ਗਵਰਨਮੈਂਟ ਨੇ ਕੁਝ ਜਿਹੜੀਆਂ ਰਿਪਰੈਜ਼ੈਂਟੇਸ਼ਨਸ ਸੁਪਰੀਮ ਕੋਰਟ ਦਿੱਤੀਆਂ ਹੋਈਆਂ, ਉੱਥੇ ਰਿਪੇਰੀਅਨਸ ਲਾਅ ਨੂੰ ਮੰਨਿਆ ਵੀ ਹੋਇਆ। ਰਿਪੇਰੀਅਨ ਲਾਅ ਨੂੰ ਸੈਂਟਰ ਗਵਰਨਮੈਂਟ ਨੇ ਉਸ ਮਾਮਲੇ ਦੇ ਵਿੱਚ ਮੰਨਿਆ ਵੀ ਹੋਇਆ ਕਿ ਹਾਂ ਇਹ ਸਟੇਟ ਦਾ ਜਿਹੜਾ ਹੱਕ ਹੈ ਜਿੱਥੋਂ ਜਿੱਥੋਂ ਦਰਿਆ ਵਹਿੰਦੇ ਆ। ਵੈਸੇ ਦੁਨੀਆ ਭਰ ਦੇ ਵਿੱਚ ਜਿੱਥੇ ਜਿੱਥੇ, ਕਿਉਂਕਿ ਪ੍ਰੋਬਲਮ ਇਹ ਵੀ ਪਈ ਹੁੰਦੀ ਹੈ ਕਿ ਜਿਹੜੇ ਦੇਖੋ ਜਿਹੜੀ ਛੋਟੀਆਂ ਸਟੇਟ ਹੁੰਦੀਆਂ, ਮੰਨ ਲਓ ਸਿੰਗਲ ਸਟੇਟ ਹੈ, ਇੱਕੋ ਹੀ ਰਿਲੀਜਨ ਹੈ, ਇੱਕੋ ਹੀ ਲੈਂਗੁਏਜ ਹੈ, ਨੇਸ਼ਨ ਸਟੇਟ ਜਿਹੜੀ ਪਿਓਰਲੀ ਹੋਵੇ, ਉੱਥੇ ਪ੍ਰੋਬਲਮ ਘੱਟ ਆਉਂਦੀ ਹੈ ਕਿਉਂਕਿ ਡਿਸਪਿਊਟ ਘੱਟ ਉੱਠਦੇ ਆ। ਜੇ ਨੈਸ਼ਨਲ ਐਸੈਟ ਤੁਸੀਂ ਮੰਨ ਵੀ ਲਓ
ਤਾਂ ਕਿਉਂਕਿ ਇੱਕੋ ਤਰ੍ਹਾਂ ਦੇ ਲੋਕ ਰਹਿੰਦੇ ਹੁੰਦੇ ਆ, ਉਹ ਜ਼ਿਆਦਾ ਉਹਦੇ 'ਚ ਡਿਸਪਿਊਟ ਨਹੀਂ ਹੁੰਦਾ। ਪਰ ਜਿਹੋ ਜਿਹਾ ਕੰਟਰੀ ਇੰਡੀਆ ਹੈਗਾ, ਮਲਟੀ ਕਲਚਰਲ, ਮਲਟੀ ਲਿੰਗੁਇਸਟਿਕ, ਹਿਸਟਰੀ ਵੱਖਰੀ ਵੱਖਰੀ ਹੈ, ਸਾਰਾ ਕੁਛ ਸਾਨੂੰ ਪਤਾ ਕਿ ਉਹਦੇ ਤੇ ਡਿਟੇਲ 'ਚ ਜਾਣ ਦੀ ਲੋੜ ਨਹੀਂ ਹੈ। ਉੱਥੇ ਦਾ ਡਿਸਪਿਊਟ ਜਿਹੜੇ ਆ ਕਿਵੇਂ ਨਾ ਕਿਵੇਂ ਬਹੁਤ ਜ਼ਿਆਦਾ ਭਿਆਨਕ ਰੂਪ ਲੈ ਹੀ ਰਹੇ, ਅਸੀਂ ਦੇਖ ਰਹੇ ਹਾਂ, ਤੇ ਅੱਗੇ ਜਾ ਕੇ ਹੋਰ ਲੈਣਗੇ ਜੇ ਇਹਦੇ ਉੱਤੇ ਕੋਈ ਸਹੀ ਪਹੁੰਚ ਨਾ ਬਣਾਈ ਗਈ। ਇੱਕ ਦੱਖਣ ਦੇ ਪਿੰਡ ਦਾ ਵੀ ਕੋਈ ਸੁਪਰੀਮ ਕੋਰਟ 'ਚ ਕੇਸ ਗਿਆ ਸੀ, ਜਿਹੜੀ ਕੋਕਾ ਕੋਲਾ ਕੰਪਨੀ ਦਾ, ਇਹਦੇ ਬਾਰੇ ਤੁਹਾਡੇ ਕੋਈ ਹੈ, ਤੁਹਾਨੂੰ ਯਾਦ ਹੈ ਇਸ ਵੇਲੇ? ਬੜਾ ਇੰਟਰਸਟਿੰਗ ਕੇਸ ਹੈ ਕਿ ਇੱਕ ਕੋਕਾ ਕੋਲਾ ਨੇ ਪਲਾਂਟ ਲਾਇਆ ਸੀ ਕਿਸੇ ਇੱਕ ਪਿੰਡ 'ਚ, ਤੇ ਉੱਥੇ ਪਿੰਡ ਦੀ ਸ਼ਾਇਦ 2-3 ਪਿੰਡਾਂ ਦੀ ਜ਼ਮੀਨ ਦਾ ਥੱਲੇ ਪਾਣੀ ਜਿਹੜਾ ਕੱਢਿਆ ਗਿਆ ਉਸ ਪਲਾਂਟ ਲਈ, ਤੇ ਉਹ ਪੰਚਾਇਤਾਂ ਨੇ ਮਿਲ ਕੇ ਇਹ ਡਿਸਪਿਊਟ ਕੀਤਾ ਕੰਪਨੀ ਨੂੰ ਕਿ ਇਹ ਜਿਹੜਾ ਪਾਣੀ ਹੈ, ਸਾਡੀ ਧਰਤੀ ਹੇਠਲਾ ਪਾਣੀ ਹੈ, ਇਹ ਸਾਡੀ ਮਲਕੀਅਤ ਹੈ, ਤੇ ਜੇ ਤੁਸੀਂ ਇਹਦੇ ਚੋਂ ਕੱਢਣਾ ਤਾਂ ਸਾਡੀ ਸਹਿਮਤੀ ਤੋਂ ਬਗੈਰ ਤੁਸੀਂ ਪਾਣੀ ਨਹੀਂ ਕੱਢ ਸਕਦੇ ਧਰਤੀ ਦੇ ਥੱਲੇ। ਉਹ ਫਿਰ ਸੁਪਰੀਮ ਕੋਰਟ ਨੇ ਵੀ ਇਸ ਗੱਲ ਨੂੰ ਮੰਨਿਆ ਸੀ, ਹੱਕ ਨੂੰ, ਤੇ ਉਹਨੂੰ ਰਾਇਲਟੀ ਦੇਣੀ ਪਈ ਸੀ। ਇਹ ਤਾਂ ਪਿੰਡ ਪੱਧਰ ਦੀ ਮੈਂ ਗੱਲ ਕਰਦਾ, ਇਹ ਤਾਂ ਹੁਣ ਕਿਉਂਕਿ ਇੰਟਰਸਟੇਟ ਮਾਮਲਾ ਹੈ, ਸੋ ਪਾਣੀਆਂ ਦੇ ਧਰਤੀ ਹੇਠਲੇ ਪਾਣੀ ਬਾਰੇ ਵੀ ਜਿਹੜੀ ਹੈ ਕੋਈ ਅਪਰੋਚ ਹੈ, ਉਹ ਹੈ ਨਹੀਂ ਹੈ ਸਿੱਧਰ ਰੋਡ। ਨਹੀਂ, ਹੁਣ ਪੰਜਾਬ 'ਚ ਤਾਂ ਧਰਤੀ ਦਾ ਪਾਣੀ ਬਹੁਤ ਹੀ ਥੱਲੇ ਚਲੇ ਗਿਆ ਨਾ। ਹੁਣ ਜਿਹੜੇ ਅਨੁਮਾਨ ਹੈ ਕੇਂਦਰ ਦੇ, ਜਿਹੜੇ ਜਲ ਵਾਟਰ ਇੰਸਟੀਚਿਊਟ ਹੈਗੇ ਆ, ਜਿਹੜੇ ਇਹਦੀ ਸਟੱਡੀ ਕਰਦੇ ਆ, ਜਾਂ ਜਲ ਮੰਤਰਾਲਾ ਹੈਗਾ, ਉਹਦੀ ਆਪਣੀ ਇਹ ਸਟੱਡੀ ਇਹ ਕਹਿੰਦੀ ਹੈ ਕਿ ਜਿਹੜਾ ਪੰਜਾਬ 'ਚ ਪਾਣੀ ਆ ਉਹ ਲਗਭਗ ਮਸਾਂ ਹੀ ਹੈ ਕਿ ਵੀ 20-25 ਸਾਲ ਦਾ ਹੋਰ ਹੈ ਜਿਹੜਾ ਥੱਲੇ ਹੈ, ਇੱਕ ਤੈਅ ਰਹਿ ਗਈ ਹੈ ਜਿਹੜੀ। ਆਹੋ, ਇਹਦੀ ਜੜ ਦੇਖੋ ਉਸ ਮਾਈਂਡ ਸੈਟ 'ਚ ਪਈ ਹੈ, ਜਿਹੜਾ ਮਾਈਂਡ ਸੈਟ ਇਹ ਕਹਿੰਦਾ ਕਿ ਦੇਖੋ, ਜਦੋਂ ਤੁਸੀਂ ਕੋਈ ਵੀ ਦੇਸ਼ ਹੈ, ਕੋਈ ਵੀ ਕੌਮ ਹੈ, ਕੋਈ ਵੀ ਕਿਸੇ ਦੇਸ਼ ਦੀ ਐਗਜ਼ਾਮਪਲ ਲੈ ਲਓ, ਉਹ ਦੇਸ਼ ਦੇ ਵਿੱਚ ਜਿਹੜੀ ਸਰਕਾਰ ਹੁੰਦੀ ਹੈ, ਉਹਦੀ ਅਪਰੋਚ ਕੀ ਹੈ, ਇਹਦੇ ਉੱਤੇ ਨਿਰਭਰ ਕਰਦਾ। ਕਿ ਮੰਨ ਲਓ ਕਿ ਹੁਣ 47 ਦੇ ਵਿੱਚ ਜਦੋਂ ਆਜ਼ਾਦੀ ਮਿਲੀ, ਉਦੋਂ ਬਹੁਤ ਸਾਰੀਆਂ ਚੀਜ਼ਾਂ ਸੀ ਜਿਹੜੀਆਂ ਉਦੋਂ ਤੋਂ ਲੈ ਕੇ ਬਹੁਤ ਜਿਹੜੀ ਚੀਜ਼ਾਂ ਦੇ ਵਿੱਚ ਅਪਰੋਚ ਸੀ, ਇੱਕ ਪਾਸੇ ਤਾਂ ਸੈਂਟਰਿਸਟ ਅਪਰੋਚ ਰਹੀ, ਬਣਾ ਲਿਆ ਸੀ ਫੈਡਰਲ ਸਟਰਕਚਰ ਹੈ, ਮੰਨ ਲਿਆ ਸੀ ਫੈਡਰਲਿਜ਼ਮ ਨੂੰ ਹੈ, ਪਰ ਅਸੀਂ ਜਿਹੜੀ ਸੈਂਟਰ ਦੀ ਗੌਰਮੈਂਟ ਹੈ, ਚਾਹੇ ਉਹ ਕਾਂਗਰਸ ਦੀਆਂ ਗੌਰਮੈਂਟ ਰਹੀਆਂ ਅਲੱਗ-ਅਲੱਗ, ਉਹਦੇ ਵਿੱਚ ਥੋੜਾ ਬਹੁਤ ਫਰਕ ਆਉਂਦਾ ਰਿਹਾ। ਜਦੋਂ ਜ਼ਿਆਦਾ ਰਿਜਿਡ ਗੌਰਮੈਂਟ ਕੋਈ ਆਈ ਹੈ ਤਾਂ ਹੋਰ ਜ਼ਿਆਦਾ ਰਿਜਿਡ ਹੋ ਗਈ ਇਸ ਮਾਮਲੇ 'ਚ। ਥੋੜੀ ਜੀ ਕਈ ਵਾਰੀ ਰਲੀਆਂ ਮਿਲੀਆਂ ਸਰਕਾਰਾਂ ਆਈਆਂ ਤਾਂ ਉਹਨਾਂ ਦੀ ਅਪਰੋਚ ਥੋੜੀ ਜੀ ਫੈਡਰਲ ਹੋ ਗਈ ਹੋਈ ਹੈ। ਸੋ ਹੁਣ ਜਿਹੜੀ ਬੀਜੇਪੀ ਹੈ, ਜਿਸ ਤਰ੍ਹਾਂ ਦਾ RSS ਬੀਜੇਪੀ ਦੀ ਥਿੰਕਿੰਗ ਹੈ ਇੰਡੀਆ ਬਾਰੇ, ਉਹ ਤਾਂ ਬਹੁਤ ਜ਼ਿਆਦਾ ਸਾਨੂੰ ਪਤਾ ਕਿ ਬਹੁਤ ਜ਼ਿਆਦਾ ਸੈਂਟਰਿਸਟ ਹੈ, ਬਹੁਤ ਜ਼ਿਆਦਾ ਰਿਜਿਡ ਹੈ। ਉਹ ਗੱਲ ਮੋਦੀ ਹੋਣੀ ਜ਼ਰੂਰ ਕਰਦੇ ਆ ਕਿ ਕੋਆਪਰੇਟਿਵ ਫੈਡਰਲਿਜ਼ਮ ਦੇ ਉੱਤੇ ਉਹਨਾਂ ਦਾ ਯਕੀਨ ਹੈ, ਪਰ ਉਹ ਕੋਆਪਰੇਟਿਵ ਫੈਡਰਲਿਜ਼ਮ ਵਰਕ ਕਿਵੇਂ ਕਰਦਾ, ਉਹ ਇਹਨਾਂ ਚੀਜ਼ਾਂ ਤੋਂ ਹੀ ਦਿਸਦਾ ਕਿ ਜਿਹੜੇ ਸਟੇਟ ਦੇ ਜਿਹੜੇ ਹੁਣ ਖੇਤੀਬਾੜੀ ਹੈ, ਖੇਤੀਬਾੜੀ ਦੇ ਉੱਤੇ ਬਿੱਲ ਲਿਆਉਣ ਤੋਂ ਪਹਿਲਾਂ ਅਸੀਂ ਦੇਖਿਆ ਹੀ ਹੈ ਕਿ ਸਟੇਟ ਸਬਜੈਕਟ ਨੂੰ ਵੀ ਤੁਸੀਂ ਆਪਣੇ ਉਹਦੇ 'ਚ ਲੈ ਗਏ ਆ ਖਿੱਚ ਕੇ। ਪਹਿਲਾਂ ਅਸੀਂ ਐਜੂਕੇਸ਼ਨ ਦੇ ਵਿੱਚ ਵੀ ਅਸੀਂ ਦੇਖਿਆ ਕਿ ਐਜੂਕੇਸ਼ਨ ਨੂੰ ਵੀ ਜਦੋਂ ਵੀ 84 ਤੋਂ ਪਹਿਲਾਂ, ਜਦੋਂ 84 ਦੇ ਵਿੱਚ ਕਾਂਗਰਸ ਦੀ ਸਰਕਾਰ ਬਣੀ ਸੀ ਇੰਦਰਾ ਗਾਂਧੀ ਦੀ ਅਗਵਾਈ ਦੇ ਵਿੱਚ, ਬਹੁਤ ਮੈਜੋਰਟੀ ਨਾਲ ਰਾਜੀਵ ਗਾਂਧੀ ਉਹਨਾਂ ਦੀ ਸਰਕਾਰ ਸੀ, ਉਦੋਂ ਵੀ ਬਹੁਤ ਜ਼ਿਆਦਾ ਸੈਂਟਰਿਸਟ ਅਪਰੋਚ ਹੋ ਜਾਂਦੀ ਹੈ। ਸੋ ਜਦੋਂ ਉਹ ਜਿਹੜੀ ਹੈ ਥੋੜੀ ਬਹੁਤ, ਹੁਣ ਇੰਡੀਆ ਨੇ ਡਿਸਾਈਡ ਇਹ ਕਰਨਾ ਕਿ ਇੰਡੀਆ ਦੀ ਡਾਇਰੈਕਸ਼ਨ ਕੀ ਹੋਊਗੀ। ਇਸੇ ਮਾਮਲੇ ਦੇ ਵਿੱਚ ਪਿਛਲੇ ਦਿਨੀ ਜਿਹੜਾ ਹੈ ਬਹਿਸ ਤਾਂ ਲੰਬੀ ਚੌੜੀ ਚੱਲ ਰਹੀ ਹੈ, ਕਸ਼ਮੀਰ ਵਾਲੇ ਮਾਮਲੇ ਨੂੰ ਵੀ ਬਹਿਸ ਚੱਲਦੀ ਰਹੀ ਹੈ, ਕਿਉਂਕਿ ਦੋ ਤਰ੍ਹਾਂ ਦਾ। ਆਪਾਂ ਇੱਧਰ ਪੰਜਾਬ ਤੇ ਕੇਂਦਰ ਕਰੀਏ, ਇਹਦੇ ਸੰਬੰਧ 'ਚ ਹੀ ਜਿਹੜੇ ਕਾਂਗਰਸ ਦੇ ਸਾਬਕਾ ਪ੍ਰਧਾਨ ਹੈ ਸੁਨੀਲ ਜਾਖੜ ਹੋਣੀ, ਉਹਨਾਂ ਨੇ ਸਭ ਤੋਂ ਪਹਿਲਾਂ ਇਸ ਮਾਮਲੇ ਦੇ ਉੱਤੇ ਆਪਣਾ ਜਿਹੜਾ ਬਿਆਨ ਦਿੱਤਾ ਕਿ ਪੰਜਾਬ ਦੀਆਂ ਸਾਰੀਆਂ ਪਾਰਟੀਆਂ ਨੂੰ ਇਕੱਠੇ ਹੋ ਕੇ, ਸਾਰੀਆਂ ਧਿਰਾਂ ਨੂੰ ਇਕੱਠੇ ਹੋ ਕੇ ਇਸ ਦੇ ਖਿਲਾਫ ਆਵਾਜ਼ ਉਠਾਉਣੀ ਚਾਹੀਦੀ ਹੈ, ਔਰ ਜਾ ਕੇ ਇੱਕ ਡੈਲੀਗੇਸ਼ਨ, ਸਾਰੀਆਂ ਪਾਰਟੀਆਂ ਦਾ ਸਾਂਝਾ ਡੈਲੀਗੇਸ਼ਨ ਜਾ ਕੇ ਪ੍ਰਧਾਨ ਮੰਤਰੀ ਨੂੰ ਮਿਲੇ। ਪਰ ਉਸ ਦੇ ਨਾਲ ਹੀ ਉਹਨਾਂ ਨੇ ਇੱਕ ਹੋਰ ਗੱਲ ਕਹੀ ਸੀ ਕਿ ਨਿਰਾ ਇਹ ਨਹੀਂ ਹੈ ਕਿ ਇੱਥੇ ਦਾ BBMB ਦਾ ਮਾਮਲਾ ਹੈਗਾ, ਚੰਡੀਗੜ੍ਹ ਦੇ ਵਿੱਚ ਵੀ ਜਿਹੜਾ ਇੱਕ ਰੇਸ਼ੋ ਸੀਗੀ ਅਧਿਕਾਰੀਆਂ ਦੀ ਨਿਯੁਕਤੀ ਦੀ 60-40 ਦੇ ਹਿਸਾਬ ਨਾਲ, ਕਿ 60% ਜਿਹੜੇ ਅਧਿਕਾਰੀ ਆ ਉਹ ਪੰਜਾਬ ਵਾਲੇ PCS ਦੇ ਵਿੱਚੋਂ ਹੋਣਗੇ ਜਾਂ IAS ਦੇ ਜਿਹੜਾ ਕੇਡਰ ਹੈਗਾ ਉਹਦੇ ਵਿੱਚੋਂ ਹੋਣਗੇ, ਤੇ ਇਸ ਤਰ੍ਹਾਂ ਹੀ ਹਰਿਆਣੇ 'ਚ HCSC ਤੇ IAS ਜਿਹੜੇ ਉਹ ਹਰਿਆਣੇ ਦੇ ਕੇਡਰ ਦੇ ਹੋਣਗੇ। ਸੋ ਇਸ ਕਰਕੇ ਉਹ ਸਾਰੀ ਤੇ ਵੀ ਉਹਨਾਂ ਦਾ ਕਹਿਣਾ ਸੀਗਾ ਕਿ ਉੱਥੇ ਹੁਣ UTs ਦਾ ਜਿਹੜਾ ਕੇਡਰ ਹੈਗਾ, ਸਾਰੀਆਂ ਇੰਡੀਆ ਦੀਆਂ ਜਿਹੜੀਆਂ UTs ਹੈਗੀਆਂ, ਉਹਨਾਂ ਦਾ ਜਿਹੜਾ ਕੇਡਰ ਹੈ ਉਹਦੇ ਅਧਿਕਾਰੀ ਲਿਆ ਕੇ ਲਾਏ ਜਾ ਰਹੇ, ਉੱਥੇ ਵੀ ਪੰਜਾਬ ਦੇ ਹੱਕਾਂ ਤੇ ਜਿਹੜਾ ਛਾਪਾ ਮਾਰਿਆ ਜਾ ਰਿਹਾ। ਅਸਲ 'ਚ ਤਾਂ ਗੱਲ ਕਿਤੇ ਨਾ ਕਿਤੇ ਇਹ ਲੱਗ ਰਹੀ ਹੈ ਜਸਪਾਲ ਜੀ ਕਿ ਕੇਂਦਰ ਦੇ ਉੱਤੇ ਇਸ ਗੱਲ ਦੀ, ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਫੈਡਰਲਿਜ਼ਮ ਦੀ, ਕਿ ਉਹ ਰਾਜਾਂ ਦੇ ਹੱਕਾਂ ਨੂੰ ਦੇ ਛਾਪਾ ਮਾਰ ਰਹੀ ਹੈ, ਉਹਨਾਂ ਨੂੰ ਖੋਹ ਰਹੀ ਹੈ, ਉਹਨਾਂ ਦੇ ਅਧਿਕਾਰ ਖੋਹ ਰਹੀ ਹੈ।
ਤੇ ਇਹੀ ਕਾਰਨ ਹੈ ਕਿ ਹੁਣ ਬਾਰ-ਬਾਰ ਬਾਕੀ ਸਾਰੀਆਂ ਪਾਰਟੀਆਂ ਦੇ ਆਗੂ, ਚਾਹੇ ਸੁਖਬੀਰ ਬਾਦਲ ਉਹ ਵੀ ਬੋਲੇ ਆ, ਆਪਣੇ ਅਕਾਲੀ ਦਲ ਵੱਲੋਂ, ਆਮ ਆਦਮੀ ਪਾਰਟੀ ਵੱਲੋਂ ਭਗਵੰਤ ਮਾਨ ਉਹਨਾਂ ਨੇ ਇਹ ਗੱਲ ਕੀਤੀ ਹੈ, ਔਰ ਆਮ ਆਦਮੀ ਪਾਰਟੀ ਨੇ ਤਾਂ ਡੀਸੀਆਂ ਨੂੰ ਵੱਖ-ਵੱਖ ਥਾਵਾਂ ਤੇ ਮੰਗ ਪੱਤਰ ਵੀ ਦਿੱਤੇ ਆ ਇਸ ਦੇ ਖਿਲਾਫ। ਪਰ ਅਸੀਂ ਦੇਖਦੇ ਹਾਂ ਕਿ ਜਿਹੜੇ ਮੁੱਖ ਮੰਤਰੀ ਹੈ ਚਰਨਜੀਤ ਸਿੰਘ ਚੰਨੀ ਹੋਣੀ, ਉਹ ਇਸ ਮਾਮਲੇ ਦੇ ਸਾਰੇ ਤੇ ਚੁੱਪ ਹੈ। ਤੁਸੀਂ ਇਸ ਨੂੰ ਦੇ ਕੀ ਅਰਥ ਲੈਂਦੇ ਹੋ? ਹਾਂ, ਤੁਹਾਡੀ ਗੱਲ ਸਹੀ ਹੈ, ਪਰ ਇਹਦੇ ਤੇ ਮੈਂ ਬਾਅਦ ਚ ਆਉਣਾ। ਪਹਿਲਾਂ ਮੈਂ ਜਿਹੜਾ ਇੱਕ ਅਸੀਂ ਬੁਨਿਆਦੀ ਸਵਾਲ ਡਿਸਕਸ ਕਰ ਰਹੇ ਸੀ ਉਹਦੇ ਉੱਤੇ ਥੋੜਾ ਜਿਹਾ ਮੈਂ ਹੋਰ ਗੱਲ ਕਰ ਹਾਂ। ਦੱਸੋ। ਪਿਛਲੇ ਦਿਨੀ ਰਾਹੁਲ ਗਾਂਧੀ ਹੁਣਾਂ ਨੇ ਸੁਪਰੀਮ ਕੋਰਟ ਦੇ ਵਿੱਚ ਇੱਕ ਭਾਸ਼ਣ ਦਿੱਤਾ ਗਿਆ। ਉਹਦੀ ਜ਼ਿਆਦਾ ਚਰਚਾ ਨਹੀਂ, ਬਹੁਤ ਥੋੜੀ ਚਰਚਾ ਹੋਈ ਸੀ, ਪਰ ਉਹ ਜਿਹੜਾ ਭਾਸ਼ਣ ਹੈ ਉਹਦਾ ਤੱਤ ਸਾਰੇ ਹੈ ਕਿ ਇੰਡੀਆ ਨੇ ਫੈਸਲਾ ਕਰਨਾ ਕਿ ਇੰਡੀਆ ਯੂਨੀਅਨ ਆਫ ਸਟੇਟਸ ਹੈ ਜਾਂ ਇੱਕ ਯੂਨਿਟਰੀ ਨੇਸ਼ਨ ਸਟੇਟ ਹੈ। ਜਿਹੜੀ ਮੈਂ ਪਹਿਲਾਂ ਗੱਲ ਕੀਤੀ ਹੈ ਕਿ ਬੁਨਿਆਦੀ ਸਵਾਲ ਇੱਥੇ ਖੜਾ ਹੋਇਆ ਕਿ ਇੰਡੀਆ ਜਿਹੜਾ ਹੈ ਉਹ ਹੈ ਕੀ ਹੈ। ਜੇ ਤੁਸੀਂ ਇਹਨੂੰ ਯੂਨੀਅਨਸ ਆਫ ਸਟੇਟ ਮੰਨਦੇ ਆ, ਫਿਰ ਤਾਂ ਤੁਸੀਂ ਫੈਡਰਲ ਸਟਰਕਚਰ, ਜਿਹੜਾ ਪ੍ਰੋਪਰ ਫੈਡਰਲ ਸਟਰਕਚਰ ਹੈ, ਉਹਨੂੰ ਹੋਰ ਪ੍ਰਫੁੱਲਤ ਕਰਨ ਵਾਲੇ ਪਾਸੇ ਜਾਓਗੇ। ਉਹਨੂੰ ਹੋਰ ਜ਼ਿਆਦਾ ਜਿਹੜੇ ਡਿਸਪਿਊਟ ਹੈਗੇ ਵੀ ਹੈ ਤਾਂ ਰਾਜਾਂ ਦੇ ਖਤਮ ਕਰਕੇ ਤੁਸੀਂ ਪਾਲਿਸੀਆਂ ਉਸ ਕਿਸਮ ਦੀਆਂ ਬਣਾਓਗੇ ਜਿਹਦੇ ਨਾਲ ਫੈਡਰਲਿਜ਼ਮ ਮਜ਼ਬੂਤ ਹੋਵੇ। ਬਿਲਕੁਲ। ਪਰ ਦੂਜੇ ਪਾਸੇ ਅਸੀਂ ਦੇਖਦੇ ਹਾਂ ਕਿ ਜਿਹੜੀ ਬੀਜੇਪੀ ਆਰਐਸਐਸ ਦੀ ਅਪਰੋਚ ਹੈ, ਜਦੋਂ ਤੋਂ ਇਹ ਸਰਕਾਰ ਬਣੀ ਹੈ ਉਸ ਤੋਂ ਬਾਅਦ ਅਸੀਂ ਦੇਖਦੇ ਹਾਂ ਕਿ ਇਹਨਾਂ ਨੇ ਇੱਕ ਮੁਹਿੰਮ ਚਲਾਈ ਸੀ, ਜਿਹੜੇ ਇਹਨਾਂ ਦਾ ਸਤਿਗੁਰੂ ਕਰਕੇ ਸਾਨੂੰ ਪਤਾ ਕਿ ਬਹੁਤੇ ਸੰਤ ਹੈ ਜਿਹੜੇ ਉਹ ਬੀਜੇਪੀ ਨੂੰ ਕਿਵੇਂ ਨਾ ਕਿਵੇਂ ਉਹਦੀ ਹੋਇਆ। ਉਹ ਸਤਿਗੁਰੂ ਜਿਹੜੇ ਹੈ ਉਹਨਾਂ ਨੇ ਇੱਕ ਮੁਹਿੰਮ ਚਲਾਈ ਸੀ, ਸਰਕਾਰ ਨੇ ਉਹਦੀ ਕਾਫੀ ਸਪੋਰਟ ਵੀ ਕੀਤੀ ਇਸ ਮਾਮਲੇ ਦੇ ਵਿੱਚ। ਉਹ ਸੀ ਕਿ ਦਰਿਆਵਾਂ ਨੂੰ ਇੰਟਰਲਿੰਕ ਕਰਨਾ ਤੇ ਦਰਿਆਵਾਂ ਨੂੰ ਰੀਜੂਨੇਟ ਕਰਨਾ। ਦਰਿਆਵਾਂ, ਉਹਨਾਂ ਨੇ ਇੱਕ ਟੈਕਸਟ ਮੈਸੇਜ ਵੀ, ਇੱਕ ਨੰਬਰ ਵੀ ਜਾਰੀ ਕੀਤਾ ਸੀ ਕਿ ਇਹਦੇ ਉੱਤੇ ਤੁਸੀਂ ਟੈਕਸਟ ਮੈਸੇਜ ਭੇਜੋ ਸਾਨੂੰ। ਸੋ ਐਫਰਟ ਤਾਂ ਇਹ ਲਗਾਤਾਰ ਜਿਹੜੀ ਹੈ ਸਰਕਾਰ ਹੈ ਉਸ ਪਾਸੇ ਨੂੰ ਕਰ ਰਹੀ ਹੈ ਕਿ ਜਿਹੜੇ ਪਾਣੀ ਹੈ ਉਹਨੂੰ ਕੌਮੀ ਸਰੋਤ ਗਰਦਾਨ ਦਿੱਤਾ ਜਾਵੇ, ਜਿਵੇਂ ਕਿ ਐਜੂਕੇਸ਼ਨ ਦੇ ਮਾਮਲੇ ਦੇ ਵਿੱਚ ਪਹਿਲਾਂ ਹੋਇਆ, ਜਿਵੇਂ ਖੇਤੀ ਦੇ ਮਾਮਲੇ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਜਿਹੜੇ ਬਿੱਲ ਲਿਆਂਦੇ ਗਏ ਆ ਕਿ ਜਿਹੜੇ ਅਧਿਕਾਰ ਹੈ ਰਾਜਾਂ ਦੇ, ਸੋ ਪਾਣੀ ਦੇ ਉੱਤੋਂ ਵੀ ਉਹ ਰਾਜਾਂ ਦਾ ਅਧਿਕਾਰ ਹੌਲੀ ਹੌਲੀ ਖੋ ਕੇ ਸੈਂਟਰ ਸਬਜੈਕਟ ਦੇ ਵਿੱਚ ਜਿਹੜਾ ਲੈ ਆਂਦਾ ਜਾਵੇ। ਇਹੀ ਮਨਸ਼ਾ ਲੱਗਦਾ ਹੈ ਇਹਦੇ ਤੋਂ, ਮੈਨੂੰ ਲੱਗਦਾ ਜਿਹੜਾ ਹੁਣ ਦਾ ਹੈ। ਜਿਹੜੀ ਗੱਲ ਤੁਸੀਂ ਕੀਤੀ ਹੈ ਕਿ ਜਿਹੜੀਆਂ ਪੰਜਾਬ ਦੀਆਂ ਪੋਲੀਟੀਕਲ ਪਾਰਟੀਆਂ, ਉਹਦੀ ਕੀ ਅਪਰੋਚ ਹੈ, ਸਾਨੂੰ ਸਾਰਿਆਂ ਨੂੰ ਪਤਾ ਕਿ ਜਿਹੜੀ ਕਾਂਗਰਸ ਹੈ ਉਹ ਵੀ ਸੈਂਟਰਲ ਲੈਵਲ ਦੇ ਉੱਤੇ ਉਹਦੀ ਲੀਡਰਸ਼ਿਪ ਹੈ। ਉਹ ਕਿਉਂਕਿ ਰਾਹੁਲ ਗਾਂਧੀ ਉਹਨਾਂ ਦੀ ਅਪਰੋਚ ਮੈਂ ਦੱਸਿਆ ਕਿ ਉਸ ਬਿਆਨ ਤੋਂ ਇਹ ਲੱਗਦਾ ਕਿ ਉਹ ਹੁਣ ਸੀਰੀਅਸ ਹੈ ਕਿ ਅਸੀਂ ਫੈਡਰਲ ਸਟਰਕਚਰ ਵਾਲੇ ਪਾਸੇ ਹੀ ਜਾਣਾ, ਕਿਉਂਕਿ ਉਹਨਾਂ ਨੂੰ ਦਿਖਾਈ ਦੇ ਰਿਹਾ ਕਿ ਉਹ ਬੀਜੇਪੀ ਦੀ ਕਾਰਬਨ ਕਾਪੀ ਬਣ ਕੇ ਤਾਂ ਪੋਲੀਟੀਕਲੀ ਸਰਵਾਈਵ ਨਹੀਂ ਕਰ ਸਕਦੇ, ਉਹਨਾਂ ਨੂੰ ਬੀਜੇਪੀ ਤੋਂ ਵੱਖਰਾ ਹੀ ਕੁਝ ਕਰਨਾ ਪੈਣਾ। ਸੋ ਉਹਦੇ 'ਚ ਉਹਨਾਂ ਦੀ ਅਪਰੋਚ ਜਿਹੜੀ ਹੈ ਸ਼ਾਇਦ ਨਿਕਲ ਰਹੀ ਹੈ ਕਿ ਆਉਣ ਵਾਲੇ ਟਾਈਮ ਦੇ ਵਿੱਚ, ਵੈਸੇ ਵੀ ਸਾਨੂੰ ਸਾਰਿਆਂ ਨੂੰ ਪਤਾ ਕਿ ਆਉਣ ਵਾਲੇ ਟਾਈਮ ਦੇ ਵਿੱਚ ਜਿਹੜੀ ਅਸਲੀ ਲੜਾਈ ਹੈ ਉਹ ਫੈਡਰਲਿਜ਼ਮ ਵਾਲੇ ਪਾਸੇ ਜਾਣ ਵਾਲੀ ਗੱਲ ਹੈ ਕਿ ਦੁਬਾਰਾ ਤੋਂ ਜਿਹੜੀਆਂ ਰੀਜਨਲ ਪਾਰਟੀਆਂ ਬਣੀਆਂ ਹੋਈਆਂ, ਰੀਜਨਲ ਪਾਰਟੀਆਂ ਦੀਆਂ ਆਪਣੀਆਂ ਪ੍ਰੋਬਲਮ, ਨਵੀਆਂ ਰੀਜਨਲ ਪਾਰਟੀਆਂ ਹੋਰ ਉੱਭਰ ਰਹੀਆਂ, ਕੁਝ ਇਰਰੈਲੇਵੈਂਟ ਹੋ ਰਹੀਆਂ। ਸੋ ਜਿਹੜੀ ਪੰਜਾਬ ਦੇ ਵਿੱਚ ਸਿਚੁਏਸ਼ਨ ਹੈ, ਆਮ ਆਦਮੀ ਪਾਰਟੀ ਦੀ ਜਿਹੜੀ ਸੈਂਟਰਲ ਲੀਡਰਸ਼ਿਪ ਹੈ, ਕੇਜਰੀਵਾਲ ਜਾਂ ਹੋਰ ਕਿਹੜੀ ਲੀਡਰਸ਼ਿਪ ਹੈ, ਕੇਜਰੀਵਾਲ ਦੀ ਅਪਰੋਚ ਸਾਨੂੰ ਸਾਰਿਆਂ ਨੂੰ ਪਤਾ ਕਿ ਪਾਣੀਆਂ ਦੇ ਮਾਮਲੇ ਦੇ ਵਿੱਚ ਉਹ ਜਿਹੜੀ ਮੋਦੀ ਦੀ ਅਪਰੋਚ ਹੈ। ਜਸਪਾਲ ਜੀ, ਉਹ ਤਾਂ ਤੁਸੀਂ ਇਹ ਦੇਖੋ ਕਿ ਉਹਨਾਂ ਦੇ ਦਿੱਲੀ ਦੇ ਅੰਦਰ ਸਟੇਟ ਦਾ ਰੁਤਬਾ ਸੀਗਾ ਦਿੱਲੀ ਦਾ, ਉਹ ਖਤਮ ਕਰ ਦਿੱਤਾ ਗਿਆ। ਉਹਨੂੰ ਇੱਕ ਜਿਹੜੀ ਸਾਰੇ ਅਧਿਕਾਰ ਜਿਹੜੇ ਸੀ ਲੈਫਟੀਨੈਂਟ ਗਵਰਨਰ ਨੂੰ ਦੇ ਦਿੱਤੇ ਗਏ। ਉੱਥੇ ਵੀ ਉਹ ਚੁੱਪ ਰਹੇ, ਉੱਥੇ ਵੀ ਉਹਨਾਂ ਕੋਈ ਮੋਰਚਾ ਨਹੀਂ ਲਾਇਆ, ਕੋਈ ਉਹਦੇ ਖਿਲਾਫ ਲੜਾਈ ਨਹੀਂ ਲੜੀ, ਕੋਈ ਉਹਦੇ ਖਿਲਾਫ ਉਹਨਾਂ ਐਜੀਟੇਸ਼ਨ ਨਹੀਂ ਕੀਤੀ। ਉਂਝ ਜਾ ਕੇ ਜਿਹੜੇ ਲੈਫਟੀਨੈਂਟ ਗਵਰਨਰ ਦੇ ਦਫ਼ਤਰ ਦੇ ਵਿੱਚ ਬੈਠ ਕੇ ਪ੍ਰੋਟੈਸਟ ਕਰਦੇ ਸੀ, ਰੋਸ ਕਰਦੇ ਸੀ। ਹਾਂ ਬਿਲਕੁਲ। ਹਾਲੇ ਪਿਛਲੇ ਦਿਨਾਂ ਦੀ ਖਬਰ ਰਹੀ ਹੈ ਕਿ ਦਿੱਲੀ ਸਰਕਾਰ ਨੇ ਹਿਮਾਚਲ ਗੌਰਮੈਂਟ ਤੋਂ ਜਿਹੜਾ ਪਾਣੀ ਵਰਤ ਰਹੇ ਹੈ ਉਹਦੀ ਰਾਇਲਟੀ ਦੇਣ ਦਾ ਚੈੱਕ ਵੀ ਸ਼ਾਇਦ ਉਹਨਾਂ ਨੂੰ ਇਸ਼ੂ ਕਰ ਦਿੱਤੇ ਹੋਏ ਹੈ। ਪਰ ਜਿਹੜਾ ਪੰਜਾਬ ਦਾ ਪਾਣੀ ਦਿੱਲੀ ਵਰਤ ਰਹੀ ਹੈ ਉਹਦੇ ਬਾਰੇ ਕੋਈ ਚੁੱਪ ਹੈ ਕੇਜਰੀਵਾਲ ਹੋਣੀ। ਉਹਦੇ ਮਾਮਲੇ 'ਚ ਉਹ ਕਹਿੰਦੇ ਜੀ ਪਾਣੀਆਂ ਉੱਤੇ ਤੋਂ ਸਭ ਦਾ ਹੱਕ ਹੋਤਾ ਹੈ, ਠੀਕ ਹੈ। ਸੋ ਉਹਨਾਂ ਦੀ ਅਪਰੋਚ ਸਾਨੂੰ ਦਿਖਾਈ ਦਿੱਤੀ ਹੈ। ਹਾਲਾਂਕਿ ਪੰਜਾਬ ਦਾ ਜਿਹੜਾ ਯੂਨਿਟ ਹੈ ਉਹ ਜ਼ਰੂਰ ਗੱਲ ਕਰ ਰਿਹਾ ਥੋੜ੍ਹੀ ਬਹੁਤ, ਹਰਪਾਲ ਚੀਮਾ ਵੀ ਕਰਦੇ ਆ, ਭਗਵੰਤ ਮਾਨ ਵੀ ਕਰਦੇ ਆ। ਸੋ ਉਹ ਇਸ ਮਾਮਲੇ ਦੇ ਵਿੱਚ ਬੋਲਦੇ ਆ, ਪਰ ਉਹ ਹੁਣ ਉਹਨਾਂ ਦਾ ਆਪਣੀ ਜਿਹੜੀ ਸੈਂਟਰਲ ਲੀਡਰਸ਼ਿਪ ਨਾਲ ਕਿਹੋ ਜਿਹੀ ਇਕੁਏਸ਼ਨ ਹੈ, ਕਿੰਨਾ ਕੁ ਗੱਲ ਸਟੈਂਡ ਲੈ ਸਕਣਗੇ, ਦੇਖਣ ਵਾਲੀ ਗੱਲ ਹੈ। ਪੰਜਾਬ ਕਾਂਗਰਸ ਦੇ ਵਿੱਚ ਤੁਸੀਂ ਬਿਲਕੁਲ ਠੀਕ ਕਿਹਾ ਕਿ ਚੰਨੀ ਹੋਣੀ ਬਿਲਕੁਲ ਮੌਨ ਧਾਰਿਆ ਹੋਇਆ ਇਸੇ ਮਾਮਲੇ ਦੇ ਵਿੱਚ, ਨਹੀਂ ਹੋਰ ਚੀਜ਼ਾਂ ਦੇ ਵਿੱਚ। ਨਵਜੋਤ ਸਿੰਘ ਸਿੱਧੂ ਜਿਹੜੇ ਪ੍ਰਧਾਨ ਹੈ ਉਹ ਕੁਝ ਦਿਨ ਚੁੱਪ ਰਹੇ, ਪਰ ਪਿਛਲੇ ਦਿਨੀ ਉਹਨੇ ਜ਼ਰੂਰ ਇੱਕ ਬਿਆਨ ਜਾਰੀ ਕੀਤਾ ਸੀ ਕਿ ਇਹ ਪੰਜਾਬ ਨਾਲ ਧੱਕਾ। ਪਰ ਸਾਰਿਆਂ ਨੂੰ ਜ਼ਿਆਦਾ ਇਸ ਮਾਮਲੇ ਦੇ ਵਿੱਚ ਸੁਨੀਲ ਜਾਖੜ ਉਹਨਾਂ ਦਾ ਸਟੈਂਡ ਜਿਹੜਾ ਸਪਸ਼ਟ ਹੈ। ਉਹਨਾਂ ਨੇ ਸਾਰੀਆਂ ਪਾਰਟੀਆਂ ਨੂੰ ਅਪੀਲ ਵੀ ਕੀਤੀ ਹੈ, ਪਰ ਅਕਾਲੀ ਦਲ ਨੇ ਥੋੜ੍ਹਾ ਬਹੁਤ ਗੱਲ ਵੀ ਕੀਤੀ ਹੈ ਇਸ ਮਾਮਲੇ ਦੇ ਵਿੱਚ। ਪਰ
ਸਾਨੂੰ ਅਕਾਲੀ ਦਲ ਦੀਆਂ ਪ੍ਰੋਬਲਮਸ ਦਾ ਪਤਾ ਕਿ ਜ਼ਿਆਦਾਤਰ ਮਨਸਰ ਇਸ ਗੱਲ ਦੇ ਉੱਤੇ ਕਰਨਾ ਕਿ ਜਿਹੜਾ ਇਲੈਕਸ਼ਨ ਹੈ 10 ਮਾਰਚ ਨੂੰ ਉਹਦੇ ਨਤੀਜੇ ਕੀ ਆਉਂਦੇ ਆ, ਨਤੀਜੇ ਕੀ ਆਉਂਦੇ। ਪਰ ਇਹ ਨਵੀਂ ਸਰਕਾਰ ਕੀ ਪਹੁੰਚ ਅਪਣਾਉਂਦੀ ਹੈ ਇਹ ਸਾਰੇ ਮਾਮਲਿਆਂ ਦੇ ਉੱਪਰ। ਬਿਲਕੁਲ। ਤੇ ਇਹ ਵੈਸੇ ਜਸਪਾਲ ਜੀ ਆਪਣੇ ਸ਼ੋਅ ਦਾ ਸਮਾਂ ਵੀ ਖਤਮ ਹੋ ਰਿਹਾ, ਆਖਰੀ ਤੁਹਾਨੂੰ ਇਹ ਨਹੀਂ ਲੱਗਦਾ ਕਿ ਜੇ ਇਸ ਤਰ੍ਹਾਂ ਦੇ ਫੈਸਲੇ ਜਿਸ ਤਰ੍ਹਾਂ ਹੁਣ ਕਾਇਮ ਹੀ ਰਹਿੰਦੇ ਆ, ਇਹਨਾਂ ਤੇ ਕੋਈ ਕੇਂਦਰ ਸਰਕਾਰ ਇਹਨਾਂ ਨਹੀਂ ਬਦਲਦੀ, ਤਾਂ ਇਹਦੇ ਨਾਲ ਪੰਜਾਬ ਦਾ ਟਕਰਾਅ ਹੋਰ ਨਹੀਂ ਕੇਂਦਰ ਨਾਲ ਫਿਰ ਨਵੇਂ ਸਿਰੇ ਤੋਂ ਵਧੇਗਾ? ਬਿਲਕੁਲ, ਪੰਜਾਬ ਦਾ ਟਕਰਾਅ ਹੀ ਨਹੀਂ ਵਧੂਗਾ, ਪੰਜਾਬ ਦਾ ਤਾਂ ਵਧਣਾ ਹੀ ਵਧਣਾ। ਵੈਸੇ ਤਾਂ ਹੁਣ ਸਾਰੀਆਂ ਸਟੇਟ ਜਿਹੜੀਆਂ ਹੈਗੀਆਂ, ਕਿਉਂਕਿ ਉਹਨਾਂ ਨੂੰ ਸੇਕ ਲੱਗ ਰਿਹਾ, ਸਾਰੀਆਂ ਸਟੇਟਸ ਸਵਾਏ ਹਿੰਦੀ ਹਾਰਟਲੈਂਡ ਦੇ ਵਿੱਚ ਥੋੜਾ ਡਿਫਰੈਂਟ ਅਪਰੋਚ ਹੈ, ਪਰ ਸਾਊਥ ਦੀਆਂ ਸਟੇਟ ਵੀ ਕਾਫੀ ਜ਼ਿਆਦਾ ਸਾਨੂੰ ਪਤਾ ਕਿ ਉਹਨਾਂ ਦੇ ਲੀਡਰ ਵੀ ਹੈ ਕਾਫੀ ਜ਼ਿਆਦਾ। ਤਾਮਿਲਨਾਡੂ ਹੈ, ਪੱਛਮੀ ਬੰਗਾਲ ਹੈ, ਉੜੀਸਾ ਹੈ, ਮਹਾਰਾਸ਼ਟਰ, ਸਾਰੀਆਂ ਸਟੇਟ ਹੈ ਜਿਹੜੀਆਂ ਜਿੱਥੇ ਰੀਜਨਲ ਪਾਰਟੀਆਂ ਦੀ ਸਰਕਾਰ ਹੈ, ਉਹ ਇਸ ਪਾਸੇ ਦੁਬਾਰਾ ਤੋਂ ਹੁਣ ਜਿਹੜਾ ਹੈ ਰੀਆਰਗੇਨਾਈਜ਼ ਕਰਕੇ ਇਹਨੂੰ ਚੈਲੰਜ ਕਰਨ ਵਾਲੇ ਪਾਸੇ ਜਾ ਰਹੀਆਂ, ਉਸ ਪਾਸੇ ਵੱਧ ਰਹੀਆਂ। ਸੋ ਲੜਾਈ ਅਸਲ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਉਸ ਪਾਸੇ ਨੂੰ ਹੀ ਜਾਣੀ ਹੈ, ਜਿਹੜਾ ਦੁਬਾਰਾ ਤੋਂ ਜੇ ਸੰਘੀ ਢਾਂਚੇ ਵੱਲ, ਰਾਜਾਂ ਨੂੰ ਵੱਧ ਅਧਿਕਾਰਾਂ ਵਾਲੇ ਮਾਮਲੇ ਵੱਲ। ਐਟਲੀਸਟ ਜੇ ਵੱਧ ਅਧਿਕਾਰ ਹੋਰ ਨਹੀਂ ਵੀ ਦੇਣੇ ਆ, ਜਿੰਨੇ ਕੁ ਮਿਲੇ ਹੋਏ ਆ ਉਹਨਾਂ ਨੂੰ ਤਾਂ ਤੁਸੀਂ ਬਚਾ ਕੇ ਰੱਖਣ, ਉਹਨਾਂ ਦੀ ਪ੍ਰੋਟੈਕਸ਼ਨ ਲਈ, ਉਹਨਾਂ ਦੀ ਰਾਖੀ ਲਈ। ਬਿਲਕੁਲ, ਕਿਉਂਕਿ ਵੈਸੇ ਵੀ ਅਸੀਂ ਦੇਖਦੇ ਹਾਂ ਕਿ ਪਿਛਲੇ ਦਿਨਾਂ ਤੋਂ ਲਗਾਤਾਰ ਤੁਸੀਂ ਦੇਖੋ ਮਮਤਾ ਬੈਨਰਜੀ ਸਰਗਰਮ ਵੀ ਹੈ, ਉਹਦੀ ਕੋਸ਼ਿਸ਼ ਵੀ ਹੈ ਕਿ ਜਿਹੜੀਆਂ ਖੇਤਰੀ ਪਾਰਟੀਆਂ ਉਹਨਾਂ ਦਾ ਇੱਕ ਵੱਖਰਾ ਫਰੰਟ ਬਣਾਇਆ ਜਾਵੇ। ਬੇਸ਼ੱਕ ਉਹ ਜਿਹੜਾ ਪੋਲੀਟੀਕਲ ਤੌਰ ਤੇ ਤਾਂ ਨਹੀਂ ਠੀਕ ਲੱਗਦਾ ਕਿ ਆਮ ਤੌਰ ਤੇ ਜਿਹੜੇ ਪੁਰਾਣੇ ਲੀਡਰ ਹੈਗੇ ਆ ਸ਼ਰਦ ਪਵਾਰ ਵਰਗੇ, ਬੇਸ਼ੱਕ ਉਹ ਖੇਤਰੀ ਪਾਰਟੀ ਆ ਉਹਨਾਂ ਨੇ ਬਣਾਈ, ਪਰ ਉਹਨਾਂ ਦਾ ਇਹ ਕਹਿਣਾ ਹੈ ਕਿ ਕਾਂਗਰਸ ਤੋਂ ਬਿਨਾਂ ਕੋਈ ਵੀ ਫਰੰਟ ਜਿਹੜਾ ਬਣੇਗਾ ਉਹ ਬੀਜੇਪੀ ਨੂੰ ਪਾਸੇ ਨਹੀਂ ਕਰ ਸਕਦਾ, ਸੱਤਾ ਤੋਂ ਬੀਜੇਪੀ ਨੂੰ ਟੱਕਰ ਨਹੀਂ ਦੇ ਸਕਦਾ ਕੌਮੀ ਪੱਧਰ ਦੇ ਉੱਪਰ। ਵੈਸੇ ਤਾਂ ਮੈਂ ਸਮਝਦਾ ਕਿ ਜਿਹੜੀਆਂ ਪੰਜਾਬ ਜਾਂ ਇੰਡੀਆ ਦੀਆਂ ਪੋਲੀਟੀਕਲ ਪਾਰਟੀਆਂ ਹੈਗੀਆਂ, ਉਹਨਾਂ ਨੂੰ ਕੁਛ ਨਾ ਕੁਛ ਅਮਰੀਕਾ ਕੈਨੇਡਾ ਦੀਆਂ ਜਿਹੜੀਆਂ ਪੋਲੀਟੀਕਲ ਪਾਰਟੀਆਂ ਇਹਨਾਂ ਤੋਂ ਵੀ ਸਿੱਖਣ ਦੀ ਲੋੜ ਹੈ। ਅਸੀਂ ਇੱਥੇ ਦੇਖਦੇ ਹਾਂ ਕਿ ਕੈਨੇਡਾ ਅਮਰੀਕਾ ਦੇ ਵਿੱਚ ਜਿਹੜੀਆਂ ਸਾਰੀਆਂ ਪੋਲੀਟੀਕਲ ਪਾਰਟੀਆਂ, ਜਿਹੜੀ ਨੈਸ਼ਨਲ ਲੈਵਲ ਦੀ ਪੋਲੀਟੀਕਲ ਪਾਰਟੀ ਹੈ, ਮੰਨ ਲਓ ਲਿਬਰਲ ਪਾਰਟੀ ਹੈ, ਉਹਦਾ ਜਿਹੜਾ ਪਾਰਟੀ ਵੀ ਵੱਖਰੀ ਹੈ, ਉਹਦੇ ਮੁੱਦੇ ਵੀ ਵੱਖਰੇ ਹੈ, ਉਹਨਾਂ ਦਾ ਸੰਵਿਧਾਨ ਵੀ ਵੱਖਰਾ, ਉਹਨਾਂ ਦਾ ਆਪਸ ਦੇ ਵਿੱਚ ਕੋਈ ਲੈਣਾ ਦੇਣਾ ਨਹੀਂ ਹੁੰਦਾ। ਸਟੇਟ ਪਾਰਟੀਆਂ ਜਿਹੜੀਆਂ ਹੈਗੀਆਂ, ਉਹਦੀ ਉਸੇ ਪਾਰਟੀ ਦਾ ਜਿਹੜਾ ਸਟੇਟ ਯੂਨਿਟ ਹੈ ਉਹ ਪੂਰੀ ਦੀ ਪੂਰੀ ਤਰ੍ਹਾਂ ਨਾਲ ਆਟੋਨੋਮਸ ਹੈ, ਉਹ ਸਟੇਟ ਨੂੰ ਮੁੱਖ ਰੱਖ ਕੇ ਆਪਣਾ ਉਹ ਏਜੰਡਾ ਬਣਾਉਂਦਾ। ਸੋ ਇੰਡੀਆ ਦੇ ਵਿੱਚ ਵੀ ਹੌਲੀ ਹੌਲੀ ਜਿਹੜੀਆਂ ਨੈਸ਼ਨਲ ਪਾਰਟੀਆਂ ਵੀ ਹੈ, ਕਾਂਗਰਸ ਤਾਂ ਹੁਣ ਕਾਫੀ ਹੱਦ ਤੱਕ ਇਹ ਐਕਸਪੈਰੀਮੈਂਟ ਕਰ ਰਹੀ ਹੈ ਜਿਹਦੇ 'ਚ ਉਹਨਾਂ ਨੂੰ ਨੁਕਸਾਨ ਵੀ ਉਠਾਉਣਾ ਪੈ ਰਿਹਾ। ਜਿਵੇਂ ਪੰਜਾਬ 'ਚ ਅਸੀਂ ਦੇਖਦੇ ਹਾਂ ਕਿ ਉਹਨਾਂ ਨੇ ਅਮਰਿੰਦਰ ਸਿੰਘ ਉਹਨਾਂ ਨੂੰ ਇੰਨਾ ਜ਼ਿਆਦਾ ਟਾਈਮ ਦੇ ਦਿੱਤਾ ਬਗਾਵਤ ਕਰਨ ਦੇ ਬਾਵਜੂਦ। ਸਾਰਿਆਂ ਨੂੰ ਪਤਾ ਕਿ ਉਹ ਸੈਂਟਰਲ ਲੀਡਰਸ਼ਿਪ ਦੀ ਕੋਈ ਗੱਲ ਸੁਣਦੇ ਨਹੀਂ ਸੀ, ਠੀਕ ਹੈ। ਇਸੇ ਕਰਕੇ ਮੋਦੀ ਉਹਨਾਂ ਨੇ ਵੀ ਉਹਨਾਂ ਨੂੰ ਇੱਕ ਵਾਰੀ ਕਹਿ ਦਿੱਤਾ ਸੀ ਕਿ ਉਹ ਤਾਂ ਆਜ਼ਾਦ ਫੌਜੀ ਹੈ ਨਾ। ਸੋ ਉਹ ਰਾਹੁਲ ਗਾਂਧੀ ਹੋਣਾ ਦੀ, ਸੋਨੀਆ ਗਾਂਧੀ ਦੀ ਲੀਡਰਸ਼ਿਪ ਦੇ ਵਿੱਚ ਉਹਨਾਂ ਨੇ ਕਦੇ ਯਕੀਨ ਨਹੀਂ ਰੱਖਿਆ। ਸੋ ਫਿਰ ਵੀ ਉਹਨਾਂ ਨੇ 4.5 ਸਾਲ ਉਹਨੂੰ ਜਿਹੜਾ ਹੈ, ਇੱਦਾਂ ਹੀ ਅਸੀਂ ਬਾਕੀ ਸਟੇਟ ਦੇ ਵਿੱਚ ਵੀ ਦੇਖਦੇ ਹਾਂ ਉਹਦਾ ਨੁਕਸਾਨ ਵੀ ਹੋ ਰਿਹਾ। ਪਰ ਕਾਫੀ ਹੱਦ ਤੱਕ ਜਿਹੜੀ ਕਾਂਗਰਸ ਦੀ ਉਹਨੂੰ ਕਮਜ਼ੋਰੀ ਵੀ ਸਮਝ ਸਕਦੇ ਹਾਂ, ਪਰ ਉਹ ਇੱਕ ਐਕਸਪੈਰੀਮੈਂਟ ਵੀ ਇੱਦਾਂ ਦਾ ਇਸ ਪਾਸੇ ਕਰਨ ਦੀ ਜਿਹੜੀ ਹੈ, ਕਈ ਵਾਰੀ ਹਾਲਾਤ ਹੀ ਤੁਹਾਨੂੰ ਧੱਕ ਕੇ ਉਸ ਪਾਸੇ ਲੈ ਜਾਂਦੇ ਆ। ਤੁਹਾਨੂੰ ਇਹ ਲੱਗਦਾ ਕਿ ਆਉਣ ਵਾਲੇ ਸਮੇਂ 'ਚ ਫਿਰ ਜਿਹੜੀ ਲੜਾਈ ਹੈ ਮੁੱਖ ਤੌਰ ਤੇ ਉਹ ਰਾਜਾਂ ਦੇ ਵੱਧ ਅਧਿਕਾਰਾਂ ਜਾਂ ਰਾਜਾਂ ਦੇ ਅਧਿਕਾਰਾਂ ਤੇ ਫੈਡਰਲਿਜ਼ਮ ਦੇ ਮਾਮਲੇ ਨੂੰ ਲੈ ਕੇ ਹੀ ਜਿਹੜੀ ਹੈ ਅੱਗੇ ਵਧੇਗੀ? ਰਾਜਸੀ ਲੜਾਈ ਜਿਹੜੀ ਹੈ ਤਿੱਖੀ ਹੋਏਗੀ। ਬਿਲਕੁਲ। ਸੋ ਉਹਦੇ ਨਾਲ ਹੀ ਪਾਣੀਆਂ ਦਾ ਸਵਾਲ ਜੁੜਿਆ ਹੋਇਆ ਕਿ ਉਹਦੇ ਇੰਡੀਆ ਗੌਰਮੈਂਟ ਨੂੰ ਆਪਣੀ ਕੋਈ ਪਹੁੰਚ ਹੈ ਜਿਹੜੀ ਉਹ ਸਪਸ਼ਟ ਅਪਣਾਉਣੀ ਪੈਣੀ ਹੈ। ਇੱਦਾਂ ਦਾ ਜਿਵੇਂ ਹੁਣ ਚੱਲ ਰਿਹਾ, ਇੱਦਾਂ ਦਾ ਸ਼ਾਇਦ ਜੇ ਚੱਲ ਨਹੀਂ ਸਕੂਗਾ ਲੰਬਾ ਸਮਾਂ। ਅਸਲ ਤਾਂ ਜਸਪਾਲ ਜੀ ਜਿਹੜੀ ਤੁਸੀਂ ਗੱਲ ਕਰ ਰਹੇ, ਅਸਲ ਸਾਰੀ ਪ੍ਰੋਬਲਮ ਇਹ ਆ ਰਹੀ ਹੈ ਕਿ ਜੇ ਸਪਸ਼ਟ ਨੀਤੀਆਂ ਨਾ ਹੋਣ ਕਰਕੇ ਹੀ ਇੱਦਾਂ ਦਾ ਜਿਹੜਾ ਘਚੋਲਾ ਪਿਆ ਹੋਇਆ। ਜੇ ਸਪਸ਼ਟ ਨੀਤੀ ਹੋਵੇ ਤਾਂ ਗੱਲ ਸਪਸ਼ਟ ਵੀ ਹੁੰਦੀ ਹੈ ਕਿ ਸਟੇਟ ਨੇ ਕੀ ਕਰਨਾ ਤੇ ਕੇਂਦਰ ਨੇ ਕੀ ਕਰਨਾ। ਇਹ ਇੱਕ ਜਿਹੜੀ ਹੈ ਨਾ, ਉਹਦੇ 'ਚ ਵੀ ਪਈ ਹੋਈ ਹੈ ਜਿਹੜੀ ਇੱਕ ਸੋਚ ਹੈ। ਜਿਵੇਂ ਤੁਸੀਂ ਦੇਸ਼ ਕੀ ਹੁੰਦਾ, ਕੋਈ ਵੀ ਦੇਸ਼ ਹੈ ਜਿਹੜਾ ਬਿਨਾਂ ਲੋਕਾਂ ਤੋਂ ਤੁਸੀਂ ਉਸ ਦੇਸ਼ ਦਾ ਕੋਈ ਤਸੱਵਰ ਕਰ ਸਕਦੇ ਆ? ਉਹ ਦੇਸ਼ ਦੇ ਲੋਕ, ਹਰ ਖਿੱਤੇ ਦੇ ਲੋਕ ਜੁੜ ਕੇ ਹੀ ਦੇਸ਼ ਬਣਦਾ। ਪਰ ਗਲਤੀ ਕਈ ਵਾਰੀ ਸਰਕਾਰਾਂ ਜਿਹੜੀਆਂ ਅਲਟਰਾ ਨੈਸ਼ਨਲਿਸਟ ਇਹ ਹੁੰਦੀਆਂ ਉਹ ਕਰ ਲੈਂਦੀਆਂ, ਉਹ ਇਹ ਸਮਝਦੀਆਂ ਕਿ ਜਿਹੜਾ ਏਰੀਆ ਜਾਂ ਖਿੱਤਾ ਹੈ, ਠੀਕ ਹੈ, ਉਹੀ ਦੇਸ਼ ਹੈ। ਧਰਤੀ ਦਾ ਖਿੱਤੇ ਨੂੰ ਦੇਸ਼ ਮੰਨਣ ਲੱਗ ਜਾਂਦੀਆਂ। ਜਿਹੜੇ ਉੱਥੇ ਰਹਿ ਰਹੇ ਲੋਕ ਹੈ ਉਹਨਾਂ ਨੂੰ ਕਈ ਵਾਰੀ ਉਹ ਉਨੀ ਮਹੱਤਤਾ ਨਹੀਂ ਦਿੰਦੇ, ਉਹਨੂੰ ਖਿੱਤੇ ਨੂੰ ਹੀ ਦੇਸ਼ ਮੰਨਣ ਲੱਗ ਜਾਂਦੇ। ਉਹਦੇ 'ਚੋਂ ਇਹ ਪ੍ਰੋਬਲਮ ਜਿਹੜੀਆਂ ਜ਼ਿਆਦਾ ਹੌਲੀ ਹੌਲੀ ਵਧਣੀਆਂ ਸ਼ੁਰੂ ਹੋ ਜਾਂਦੀਆਂ।
ਇੱਥੇ ਹੀ ਸਾਡੇ ਸ਼ੋਅ ਦਾ ਹੁਣ ਸਮਾਂ ਸਮਾਪਤ ਹੋ ਰਿਹਾ। ਦੋਸਤੋ, ਜਿਹੜੇ ਤੁਸੀਂ ਸਾਡੇ ਸ਼ੋਅ ਨਾਲ ਜੁੜੇ, ਪ੍ਰੋਗਰਾਮ ਨਾਲ ਜੁੜੇ, ਤੁਹਾਡਾ ਬਹੁਤ ਬਹੁਤ ਧੰਨਵਾਦ। ਸਾਨੂੰ ਆਸ ਹੈ ਕਿ ਤੁਹਾਨੂੰ ਸਾਡਾ ਇਹ ਪ੍ਰੋਗਰਾਮ ਜਿਹੜਾ ਹੈ ਪਸੰਦ ਆਇਆ ਹੋਵੇਗਾ। ਜੇ ਤੁਹਾਨੂੰ ਸਾਡਾ ਪ੍ਰੋਗਰਾਮ ਪਸੰਦ ਆਇਆ ਹੋਵੇ ਤਾਂ ਤੁਸੀਂ ਇਸ ਨੂੰ ਲਾਈਕ ਵੀ ਜ਼ਰੂਰ ਕਰਨਾ, ਆਪਣੇ ਦੋਸਤਾਂ ਨਾਲ ਸ਼ੇਅਰ ਕਰਨਾ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਕਰਨਾ। ਜਸਪਾਲ ਜੀ, ਤੁਹਾਡਾ ਵੀ ਬਹੁਤ ਬਹੁਤ ਧੰਨਵਾਦ। ਬਹੁਤ ਬਹੁਤ ਧੰਨਵਾਦ ਜੀ।